ਲੇਖਾ ਛੋੜ ਅਲੇਖਾ ਛੂਟ ਹੈ। ਹਮ ਨਿਰਗੁਣ ਲਿਹੋ ਉਬਾਰੀ। ਸਾਧ ਬਖਸ਼ਿੰਦ ਸਦਾ ਮਿਹਰਵਾਨਾ। ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹ ਬਾਰੀ। ਸਾਧ ਬਖਸ਼ਿੰਦ ਸਦਾ ਮਿਹਰਵਾਨਾ। ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹ ਬਾਰੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਥਾਲੈ ਵਿੱਚ ਤੈ ਵਸਤੂ ਪਈਓ। ਹਰ ਭੋਜਨ ਅੰਮ੍ਰਿਤ ਸਾਰ। ਜਿਤ ਖਾਧੈ ਮਨ ਤ੍ਰਿਪਤੀਐ। ਪਾਈਐ ਮੋਖ ਦੁਆਰ। ਇਹੋ ਭੋਜਨ ਅਲੱਭ ਹੈ ਸੰਤੋਹ। ਲੱਭੈ ਗੁਰ ਵਿਚਾਰ। ਇਹ ਮੁਦਾਵਣੀ ਕਿਉ ਵਿੱਚੋਂ ਕੱਢੀਐ। ਸਦਾ ਰੱਖੀਐ ਉਰ ਧਾਰ। ਇਹ ਮੁਦਾਵਣੀ ਸਤਿਗੁਰੂ ਪਾਈ। ਗੁਰ ਸਿੱਖਾ ਲੱਦੀ ਭਾਲ। ਨਾਨਕ ਜੈਸ ਬੁਝਾਏ ਸੋ ਬੁਝਸੀ। ਹਰ ਪਾਇਆ ਗੁਰਮੁਖ ਕਾਲ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ। ਮਹਾਨ ਪਰਉਪਕਾਰੀ ਰੂਪ ਸ਼੍ਰੀਮਾਨ ਸੰਤ ਬਾਬਾ ਸਰਦਾਰਾ ਸਿੰਘ ਜੀ, ਉਹਨਾਂ ਦੇ ਤਪ ਸਥਾਨ 'ਤੇ ਸਾਲਾਨਾ ਵਰਸੀ ਸਮਾਗਮ ਸੰਬੰਧ ਅੰਦਰ ਹਰ ਸਾਲ ਦੀ ਤਰ੍ਹਾਂ ਆਪਣੀਆਂ ਆਪਣੀਆਂ ਸੇਵਾਵਾਂ ਅਰਪਿਤ ਕਰਦਿਆਂ ਹੋਇਆਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸ੍ਰੀ ਸਹਿਜ ਪਾਠ, ਸ਼੍ਰੀ ਅਖੰਡ ਪਾਠ ਸਾਹਿਬ, ਸੁਖਮਨੀ ਸਾਹਿਬ ਜੀ ਦੇ ਜਾਪ, ਜਿਸ ਤਰ੍ਹਾਂ ਨਾਲ ਮਹਾਂਪੁਰਖਾਂ ਦੁਆਰਾ ਆਪਣੇ ਜੀਵਨ ਕਾਲ ਅੰਦਰ ਗੁਰੂ ਬਾਬਾ ਜੀ ਦੀ ਮਿਹਰਬਾਨੀ ਨੂੰ ਹਾਸਲ ਕਰਨ ਵਾਸਤੇ ਗੁਰਬਾਣੀ ਤਪ ਸਾਧਨਾ ਕੀਤੀ ਗਈ। ਜੋ ਅਸੀਂ ਸੰਸਾਰੀ ਲੋਕ ਹੁੰਦੇ ਹਾਂ, ਸਾਡੀਆਂ ਆਪਣੀਆਂ ਆਪਣੀਆਂ ਲੋੜਾਂ ਹੁੰਦੀਆਂ ਨੇ। ਉਹਨਾਂ ਲੋੜਾਂ ਕਰਕੇ ਕਿਸੇ ਸਾਧੂ ਗੁਰਮੁਖ ਪਿਆਰੇ ਨਾਲ ਸਾਡੇ ਜੋੜ ਜੁੜਦੇ ਨੇ। ਪਰਿਵਾਰਕ ਜੋੜਾਂ ਦੇ ਉਹਨਾਂ ਸਾਧਨਾ ਵਿੱਚੋਂ ਕੋਈ ਤਨ ਕਰਕੇ, ਮਨ ਕਰਕੇ, ਧਨ ਕਰਕੇ ਸੇਵਾਵਾਂ ਕਰਦਿਆਂ ਹੋਇਆਂ ਜੁੜ ਰਹੇ ਹਾਂ। ਸਾਡੀ ਸਭ ਦੀ ਸੇਵਾ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਜੀ ਨੇ ਸ਼੍ਰੀ ਮੁਖਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਟੋਡੀ ਰਾਗ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਇਸ ਸ਼ਬਦ ਅੰਦਰ ਇੱਕ ਮਨੁੱਖ ਦੀ ਹਿਰਦੇ ਦੀ ਵੇਦਨਾ ਜਦੋਂ ਸ਼ਰਧਾ
ਭਾਵਨਾ ਨਾਲ ਭਗਤੀ ਭਾਵ ਵਾਲੀ ਬਣ ਜਾਏ, ਉਸ ਵੇਲੇ ਉਹ ਆਪਣੇ ਆਪ ਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ ਹੈ। ਜਿਸ ਕਿਸੇ ਰੱਬੀ ਪਿਆਰੇ ਦੁਆਰਾ ਸਾਨੂੰ ਸਤਿਗੁਰਾਂ ਦੀ ਸੋਝ ਮਿਲਦੀ ਹੈ, ਉਸ ਗੁਰਮੁਖ ਪਿਆਰੇ ਦੇ ਜੀਵਨ ਪ੍ਰਭਾਵਾਂ ਵਿੱਚੋਂ ਬਹੁਤ ਕੁਝ ਸਤਿਗੁਰੂ ਦੀ ਸੇਵਾ ਨਾਲ ਸਾਡੇ ਜੀਵਨ ਵਿੱਚ ਜੁੜ ਜਾਂਦਾ ਹੈ। ਕਈ ਵਾਰ ਇਹ ਚੰਗੇ ਜੋੜ ਸਾਨੂੰ ਮਰਿਆਦਾ ਵਿੱਚ ਰੱਖਣੇ ਲੱਗਣ ਲੱਗ ਜਾਂਦੇ ਨੇ, ਵਾਸਤਵ ਵਿੱਚ ਐਸਾ ਹੁੰਦਾ ਨਹੀਂ। ਰੱਬ ਨੇ ਅਸੀਂ ਇਨਸਾਨ ਬਣਾਏ ਹਾਂ, ਕੋਈ 5 ਫੁੱਟ ਦਾ ਹੈ, ਕੋਈ 6 ਫੁੱਟ ਦਾ ਹੈ, ਕੋਈ 7 ਫੁੱਟ ਦਾ ਹੈ, ਕੋਈ ਇਨ ਬਿਟਵੀਨ ਹੈ, ਕੋਈ ਬੜਾ ਹੀ ਨਿੱਕਾ ਜਿਹਾ ਬੌਨਾ ਹੁੰਦਾ, ਕੋਈ ਬਹੁਤ ਹੀ ਵੱਡਾ ਲੰਬਾ ਚੌੜਾ ਹੁੰਦਾ। ਇਹਦੇ ਨਾਲ ਬੰਦਾ ਨਹੀਂ ਬਦਲਦਾ, ਬੰਦੇ ਦਾ ਆਕਾਰ ਜ਼ਰੂਰ ਬਦਲਿਆ ਨਜ਼ਰ ਆਉਂਦਾ। ਬੰਦਾ ਉਦੋਂ ਬਦਲਦਾ ਹੈ ਜਦੋਂ ਉਹਦੇ ਕਰਮ ਸ਼ੁਭ ਜਾਂ ਅਸ਼ੁਭ ਹੋ ਜਾਣ, ਜਦੋਂ ਉਹ ਧਰਮੀ ਜਾਂ ਅਧਰਮੀ ਬਣ ਜਾਏ, ਜਦੋਂ ਉਹ ਨਜ਼ਰ ਆਉਣ ਵਾਲਾ, ਨਜ਼ਰ ਨਾ ਆਉਣ ਵਾਲਾ, ਦ੍ਰਿਸ਼ਟ ਅਦ੍ਰਿਸ਼ਟ, ਇਹਨਾਂ ਦੋਨਾਂ ਦੀ ਵਰਤੋਂ ਵਿੱਚ ਯੋਗਤਾ ਨਾ ਰੱਖ ਸਕੇ। ਜਿੰਨੇ ਅਸੀਂ ਤੁਸੀਂ ਹਰ ਸਾਲ ਦੀ ਤਰ੍ਹਾਂ ਆਉਂਦੇ ਹੋ, ਕਿਸੇ ਨੂੰ 20 ਸਾਲ ਹੋ ਗਏ ਹੋਣਗੇ ਆਉਂਦੇ ਨੂੰ, ਕਿਸੇ ਨੂੰ 40 ਸਾਲ ਹੋ ਗਏ ਹੋਣਗੇ। ਇੱਕ ਕੰਪੈਰੀਜ਼ਨ ਜ਼ਰੂਰ ਕਰਕੇ ਵੇਖਿਆ ਕਰੋ ਕਿ ਮੇਰੇ ਘਰ ਪਰਿਵਾਰ ਅੰਦਰ ਜੋ ਸੰਤ ਬਾਬਾ ਸਰਦਾਰਾ ਸਿੰਘ ਜੀ ਦਾ ਜਾਂ ਉਹਨਾਂ ਤੋਂ ਬਾਅਦ ਸੰਤ ਬਾਬਾ ਬਲਵੀਰ ਸਿੰਘ ਜੀ ਦਾ ਜਿਸ ਕਾਰਨ ਕਰਕੇ ਸਾਡਾ ਸੰਬੰਧ ਹੋਇਆ, ਉਸ ਲੋੜ ਪੂਰੀ ਹੋਣ ਤੋਂ ਬਾਅਦ ਮੈਂ ਆਪਣੇ ਸ਼ੁਭ ਕਰਮਾਂ ਨੂੰ ਕਿੰਨਾ ਵਧਾ ਸਕਿਆ ਹਾਂ, ਮੈਂ ਧਰਮ ਨੂੰ ਕਿੰਨਾ ਅਪਣਾ ਸਕਿਆ ਹਾਂ, ਮੈਂ ਜੋ ਨਜ਼ਰ ਆ ਰਿਹਾ ਹੈ, ਨਹੀਂ ਆ ਰਿਹਾ ਹੈ, ਇਸ ਪ੍ਰਤੀ ਆਪ ਅਤੇ ਆਪਣੇ ਪਰਿਵਾਰ ਨੂੰ ਸਿਖਾ ਸਕਿਆ ਹਾਂ। ਜਦੋਂ ਇਉਂ ਵੇਖਾਂਗੇ ਫਿਰ ਸਾਨੂੰ ਸਮਝ ਆਏਗੀ ਕਿ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜਹਿ ਪ੍ਰਾਨ ਅਕੋਰ। ਕਿ ਕੋਈ ਰੱਬ ਦਾ ਪਿਆਰਾ ਸਾਨੂੰ ਰੱਬ ਦੇ ਨਾਲ ਜੋੜ ਦੇਵੇ, ਆਪਣੀ ਜ਼ੁਬਾਨ ਤੋਂ ਉਹਦੇ ਪ੍ਰਤੀ ਸੋਹਣੇ ਬੋਲ ਬੋਲਾ, ਕਿਉਂਕਿ ਬੋਲਾਂ ਤੋਂ ਬਿਨਾ ਅਸੀਂ ਕਿਸੇ ਨੂੰ ਰਿਝਾ ਨਹੀਂ ਸਕਦੇ। ਚੰਗੇ ਬੋਲ ਕਿਸੇ ਨੂੰ ਖੁਸ਼ ਮਿਜ਼ਾਜ ਕਰਦੇ ਨੇ, ਉਹਦੇ ਆਸ਼ੀਰਵਾਦ ਨਾਲ ਜਾਂ ਉਹਦੇ ਵੱਲੋਂ ਮਿਲੀ ਹੋਈ ਵਿਸ਼ ਨਾਲ ਸਾਨੂੰ ਚੰਗਾ ਲੱਗਦਾ ਹੈ। ਤਾਂ ਇਹ ਇੱਕ ਸਾਂਝ ਹੈ ਜਿਹੜੀ ਸੀਨੀਅਰਸ਼ਿਪ ਤੋਂ ਜੂਨੀਅਰਸ਼ਿਪ ਤੱਕ ਹੌਲੀ ਹੌਲੀ ਆਪਰੇਟ ਹੋਣਾ ਸ਼ੁਰੂ ਹੁੰਦੀ ਹੈ। ਛੋਟੇ ਵੱਡਿਆਂ ਦਾ ਸਨਮਾਨ ਕਰਨਾ ਸਿੱਖਦੇ ਨੇ, ਹੌਲੀ ਹੌਲੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡੇ ਸਤਿਗੁਰੂ ਹਨ ਜੋ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰੂਪ ਤੱਕ ਮਾਨਸ ਅਵਤਾਰ ਧਾਰ ਦਰਸ਼ ਦਿਖਾਉਂਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦ੍ਰਿਸ਼ ਅਤੇ ਅਦ੍ਰਿਸ਼ ਰੂਪ ਸਾਡੇ ਸਾਹਮਣੇ ਪ੍ਰਗਟ ਗੁਰਾਂ ਕੀ ਦੇਹ ਸ਼ਬਦ ਸਰੂਪ ਅਤੇ ਸੁਰਤ ਵਿੱਚ ਨਾਦ ਦਾ ਰੂਪ ਹੋ ਕੇ ਸ਼ਬਦ ਸਰੂਪ
ਅਤੇ ਸਾਡੀ ਸੁਰਤ ਨੂੰ ਜੋਤ ਦੇ ਨਾਲ ਅਨੁਭਵ ਕਰਵਾਉਣ ਵਾਲਾ ਜੋਤੀ ਰੂਪ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੁਆਰਾ ਸਾਨੂੰ ਤੁਹਾਨੂੰ ਸਭ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਸਾਨੂੰ ਗੁਰੂ ਪੰਥ ਹੋਣ 'ਤੇ ਮਾਣ ਹੁੰਦਾ ਹੈ, ਪਰ ਕਈ ਵਾਰ ਦੁਖਾਂਤ ਹੁੰਦਾ ਹੈ ਕਿ ਨਿੱਕੀਆਂ ਨਿੱਕੀਆਂ ਗੱਲਾਂ ਅਸੀਂ ਬਹੁਤ ਸਾਰੇ ਨਾਵਾਂ ਨਾਲ ਇੱਕ ਦੂਜਿਆਂ ਪ੍ਰਤੀ ਉਲਝਣ ਪੈਦਾ ਕਰਦਿਆਂ ਗੁਰੂ ਕੀ ਦਿੱਤੀ ਹੋਈ ਪਵਿੱਤਰ ਮਰਿਆਦਾ ਰਹਿਣੀ ਰਹਿ ਸੋਈ ਸਿੱਖ ਮੇਰਾ ਸੋ ਸਾਹਿਬ ਮੈਂ ਉਸ ਕਾ ਚੇਰਾ, ਇਹ ਗੁਰੂ ਦੇ ਪਿਆਰ ਨੂੰ ਵੀ ਬੜਾ ਇਸ ਤਰ੍ਹਾਂ ਨਾਲ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿਧਰੇ ਇਹ ਕੋਈ ਬਹੁਤ ਵੱਡੀ ਮੁਸੀਬਤ ਹੁੰਦੀ ਹੈ। ਜੇ ਮਾਂ ਦਾ ਪਿਆਰ ਹੀ ਮੁਸੀਬਤ ਹੈ, ਕਿਉਂਕਿ ਅੱਜ ਦਾ ਦੁਖਾਂਤ ਹੈ, ਜਿੰਨੇ ਤੁਸੀਂ ਮਾਂ ਬਾਪ ਬੈਠੇ ਹੋ ਗੌਰ ਕਰਕੇ ਵੇਖਿਓ, ਜਨਮ ਤੋਂ ਲੈ ਕੇ ਪੂਰੀ ਜ਼ਿੰਦਗੀ ਤੁਸੀਂ ਕਿਸੇ ਦੇ ਬੱਚੇ ਹੋ, ਆਪਣੇ ਮਾਂ ਬਾਪ ਕੋਲ ਕਿੰਨਾ ਕੁ ਦੌੜ ਕੇ ਜਾਂਦੇ ਹੋ, ਤੁਹਾਡੇ ਬੱਚੇ ਨੇ ਤੁਹਾਡੇ ਕੋਲ ਕਿੰਨਾ ਕੁ ਦੌੜ ਕੇ ਆਉਂਦੇ ਨੇ, ਜਾਂ ਪੈਸੇ ਦੇ ਜ਼ਲਜ਼ਲ ਹੇਠਾਂ ਵਿਦੇਸ਼ੀ ਪ੍ਰਵਾਸ ਹੇਠਾਂ ਜਿਸ ਤਰ੍ਹਾਂ ਦੇ ਹਾਲਾਤ ਨੇ, ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਕੇ ਤੁਸੀਂ ਸਭ ਖੁਦ ਜਾਣਦੇ ਹੋ। ਜਿਹੜੇ ਹੰਢਾ ਰਹੇ ਹੋ, ਹੁੰਦਾ ਕੀ ਹੈ, ਮਾਂ ਬਾਪ ਅਰਦਾਸਾਂ ਕਰਦੇ ਮਰ ਜਾਂਦੇ ਨੇ, ਮੇਰਾ ਪੁੱਤ ਮੇਰੀ ਧੀ ਸੁਖ ਵਸੇ, ਤੇ ਪੁੱਤ ਧੀ ਕਿੰਨਾ ਪਰਵਾਹ ਕਰਦੇ ਨੇ। ਇਹ ਬਿਰਧ ਆਸ਼ਰਮ ਜਾਂ ਹੋਰ ਬਹੁਤ ਕੁਝ ਤੁਹਾਡੇ ਸਾਹਮਣੇ ਪੇਸ਼ ਕਰਦਾ ਹੋਏਗਾ। ਕਾਰਨ ਕੀ ਹੈ ਕਿ ਅਸੀਂ ਇਸ ਗੱਲ ਨੂੰ ਸਮਝਿਆ ਹੀ ਨਹੀਂ। ਬਚਪਨ ਤੋਂ ਆਪਣੇ ਬੱਚੇ ਦੀ ਪਰਵਰਿਸ਼ ਕਰਦੇ ਹਾਂ, ਉਹਨੂੰ ਧਿਆਨ ਦਿਵਾਇਆ ਹੀ ਨਹੀਂ ਕਿ ਪੁੱਤਰ ਜਿਸ ਰਸਤੇ ਮੈਂ ਮਾਂ ਬਣੀ ਸਾਂ, ਤੇਰਾ ਪਾਪਾ ਬਣਿਆ ਸੀ, ਉਸੇ ਰਸਤੇ ਤੈਨੂੰ ਵੀ ਮਾਂ ਬਣਨ ਲਈ, ਪਿਤਾ ਬਣਨ ਲਈ ਇੱਕ ਰਸਤਾ ਅਪਣਾਉਣਾ ਪੈਣਾ ਹੈ, ਜਿਸ ਨੂੰ ਦ੍ਰਿਸ਼ ਅਤੇ ਅਦ੍ਰਿਸ਼ ਸੰਸਾਰ ਕਿਹਾ ਜਾਂਦਾ ਹੈ। ਅੱਜ ਤੈਨੂੰ ਲੱਗਦਾ ਕਿ ਤੂੰ ਬੱਚਾ ਹੈ ਜਾਂ ਮਾਂ ਬਾਪ, ਕਈ ਵਾਰ ਤੇ ਐਸਾ ਹੁੰਦਾ ਪੁੱਤਰ ਦੇ ਵਿਆਹੇ ਜਾਣ ਤੋਂ ਬਾਅਦ ਵੀ ਅਸੀਂ ਕਹਿੰਦੇ ਹਾਂ ਤੈਨੂੰ ਨਹੀਂ ਅਕਲ ਹੈਗੀ, ਜਦੋਂ ਕਿ ਉਹਨੂੰ ਡਿਗਰੀਆਂ ਮਾਸਟਰ ਸਭ ਕੁਝ ਕਰਵਾ ਦਿੱਤਾ ਜਾਂਦਾ, ਫਿਰ ਵੀ ਕਿਹਾ ਜਾਂਦਾ ਤੈਨੂੰ ਹਜੇ ਅਕਲ ਹੀ ਨਹੀਂ ਹੈਗੀ। ਇਹਦਾ ਮਤਲਬ ਸਿੱਧਾ ਮੈਂ ਕਬੂਲਦਾ ਹਾਂ, ਮੈਂ ਅਕਲ ਦਿੱਤੀ ਹੀ ਨਹੀਂ। ਜੇ ਅਕਲ ਨਹੀਂ ਦਿੱਤੀ ਤਾਂ ਦੇਣੀ ਸੀ, ਚਾਹੀਦੀ ਸੀ। ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਤਾਂ ਇਹਨਾਂ ਨੂੰ ਇੱਕ ਚੰਗੇ ਮਾਂ-ਬਾਪ ਬਣਨ ਦੀ ਅਕਲ ਦਿੱਤੀ ਜਾਏ, ਤਾਂ ਕਿ ਇਹਨਾਂ ਨੂੰ ਸਮਝ ਆਏ ਕਿ ਇੱਕ ਮਾਂ-ਬਾਪ ਕਿਸ ਤਰ੍ਹਾਂ ਦੀ ਕੁਰਬਾਨੀ ਨਾਲ ਇਸ ਜ਼ਿੰਮੇਵਾਰੀ ਦਾ ਪਾਲਨ ਕਰਦਾ ਹੈ। ਫਿਰ ਅਗਲਾ ਮਾਂ-ਬਾਪ ਜਿਹੜਾ ਸਮਾਜ ਵਿੱਚ ਸੀਨੀਅਰਸ਼ਿਪ ਹੋਣਾ, ਵੱਡੇ ਹੋਣਾ, ਜਿਨ੍ਹਾਂ ਦੇ ਵਿੱਚੋਂ ਉਸਤਾਦ ਲੋਕ ਆ ਜਾਂਦੇ ਨੇ, ਅਧਿਆਪਕ ਲੋਕ ਆ ਜਾਂਦੇ ਨੇ, ਤਜਰਬੇਕਾਰ ਲੋਕ ਆ ਜਾਂਦੇ ਨੇ, ਤਾਂ ਸਿਆਣੇ ਬੱਚੇ ਆਪਣੇ ਉਹਨਾਂ ਵੱਡੇ ਚਾਚੇ ਤਾਇਆਂ ਦੇ ਥਾਂ 'ਤੇ ਲੱਗਣ ਵਾਲੇ, ਚਾਚੀਆਂ ਤਾਈਆਂ ਦੇ ਥਾਂ 'ਤੇ ਲੱਗਣ ਵਾਲੇ, ਮਾਸੜ ਫੁੱਫੜਾਂ ਦੇ ਥਾਂ 'ਤੇ ਲੱਗਣ ਵਾਲੇ, ਉਹਨਾਂ ਤੋਂ ਚੰਗੀਆਂ ਗੱਲਾਂ ਸਿੱਖਦੇ ਹਨ। ਹੌਲੀ ਹੌਲੀ ਇਹ ਜਿਹੜੀਆਂ ਚੰਗੀਆਂ ਗੱਲਾਂ ਹਨ ਬਾਹਰੋਂ ਤੇ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ, ਦਇਆ ਨੂੰ ਤੁਸੀਂ ਵੇਖ ਨਹੀਂ ਸਕਦੇ, ਪਰ ਦਇਆਵਾਨ ਨੂੰ ਵੇਖਦੇ ਹੋ ਤਾਂ ਉਹਦੇ ਅੰਦਰ ਅਦ੍ਰਿਸ਼ ਦਇਆ ਮਾਨਤਾ ਤੇ ਦ੍ਰਿਸ਼ ਹੋ ਰਹੀ ਹੈ ਦਇਆਵਾਨ ਦਾ ਰੂਪ ਹੋ ਕੇ। ਕੰਮ ਕਰਨ ਦੀ ਜਿਹੜੀ ਸ਼ਕਤੀ ਹੈ ਅਦ੍ਰਿਸ਼ ਰੂਪ ਵਿੱਚ ਹੈ, ਪਰ ਕਰਮ ਕਰਨ ਵਾਲੇ, ਕਿਰਤ ਕਰਨ ਵਾਲੇ ਕਿਸਾਨ ਰਾਹੀਂ, ਕਿਰਤੀ ਰਾਹੀਂ ਦ੍ਰਿਸ਼ ਹੋ ਰਹੀ ਹੈ। ਇਸੇ ਤਰ੍ਹਾਂ ਜਿੰਨੇ ਚੰਗੇ ਗੁਣ ਹਨ, ਚਾਹੇ ਉਹ ਬੁਰੇ ਗੁਣ ਹਨ, ਬੁਰੇ ਗੁਣ ਔਗਣ ਬਣ ਜਾਂਦੇ ਹਨ, ਚੰਗੇ ਗੁਣ ਮਿਹਰਬਾਨੀ ਹੋ ਜਾਂਦੀ ਹੈ, ਤਾਂ ਚੰਗੇ ਗੁਣਾਂ 'ਚੋਂ ਸਾਨੂੰ ਸਕੂਨ ਮਿਲਦਾ ਹੈ, ਇਸੇ ਲਈ ਮਾਣ ਮਹਿਸੂਸ ਕਰਦੇ ਹਾਂ। ਔਗਣਾਂ ਵਿੱਚੋਂ ਸਾਨੂੰ ਸ਼ਰਮਿੰਦਗੀ ਮਿਲਦੀ ਹੈ, ਇਸੇ ਲਈ ਅਸੀਂ
ਉਹਦੇ ਤੋਂ ਆਪਣਾ ਖਹਿੜਾ ਛਡਾਉਣਾ ਚਾਹੁੰਦੇ ਹਾਂ। ਇਹ ਸਾਡਾ ਦੁਖਾਂਤ ਹੈ ਕਿ ਅਸੀਂ ਉਹਦੇ ਤੋਂ ਖਹਿੜਾ ਛਡਾਉਂਦਿਆਂ ਵੀ ਆਪਣਾ ਅਹੰਕਾਰ ਪਾਲਦੇ ਹਾਂ, ਔਰ ਜਦੋਂ ਗੁਣਾਂ ਦਾ ਮਾਣ ਹੋਵੇ ਉਸ ਵਿੱਚੋਂ ਵੀ ਅਸੀਂ ਅਹੰਕਾਰ ਪਾਲ ਲੈਂਦੇ ਹਾਂ। ਤਾਂ ਇਸ ਸ਼ਬਦ ਅੰਦਰ ਸਤਿਗੁਰ ਸਾਹਿਬ ਜੀ ਅਹੰਕਾਰ ਜਿਹੜਾ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸ ਹੈ ਇਕਠਾਏ, ਕਿ ਇਹ ਹਉਮੈ ਤੇਰੇ ਜੀਵਨ ਦੇ ਨੇੜੇ ਨਹੀਂ ਆਉਣੀ ਚਾਹੀਦੀ, ਤਾਂ ਕਿ ਅਦ੍ਰਿਸ਼ ਜੋ ਤੈਨੂੰ ਨਜ਼ਰ ਨਹੀਂ ਆ ਰਿਹਾ, ਹਵਾ ਤੈਨੂੰ ਦਿਸ ਨਹੀਂ ਰਹੀ, ਪਾਣੀ ਦੀ ਪਵਿੱਤਰਤਾ ਤੇਰੀ ਸਮਝ ਵਿੱਚ ਨਹੀਂ, ਧਰਤੀ ਦੀ ਸ਼ਕਤੀ ਜਿਸ ਨੂੰ ਉਪਜਾਊ ਗੁਣ ਕਹਿੰਦੇ ਹਨ, ਉਹਦੀ ਤੇਰੇ ਪਾਸ ਸਕਸ਼ਮਤਾ ਨਹੀਂ। ਤੈਨੂੰ ਲੱਗਦਾ 4 ਬੋਰੀਆਂ ਯੂਰੀਏ ਦੀਆਂ ਸੱਟਾਂਗੇ, ਲੈ ਤਾਂ ਮਾਰੂ ਕਿਰਾਂ ਫਸਲ ਨੂੰ ਛਲਾਂਗਾ ਵਾਂਗੂ। ਤਾਂ ਉਸ 4 ਬੋਰੀਆਂ ਰਿਓ ਦੀਆਂ ਨੇ, ਯੂਰੀਏ ਨੇ, ਕੱਲੀ ਤੇਰੀ ਕਣਕ ਨੂੰ ਬਲ ਨਹੀਂ ਦੇਣਾ, ਉਹਨੇ ਨਦੀਨ ਨੂੰ ਵੀ ਬਲ ਦੇਣਾ। ਜਦੋਂ ਨਦੀਨ ਵਧਿਆ ਫਿਰ ਤੂੰ ਵੈਸਟੀਸਾਈਜ਼ ਲਿਆਉਂਦਾ ਹੈ, ਲੋੜ ਤੋਂ ਵੱਧ ਪੈ ਜਾਂਦੀ ਹੈ, ਲਾਰਵਾ ਪੈਦਾ ਹੋ ਜਾਂਦਾ, ਫਿਰ ਪੈਟਸ ਆ ਜਾਂਦੇ ਨੇ, ਤੂੰ ਪੈਸਟੀਸਾਈਡ ਚੱਕੀ ਆਉਣਾ, ਫਿਰ ਕਹਿਣਾ ਖੇਤ ਬਚਾਉਂਦਾ ਕੁਝ ਨਹੀਂ। ਦੂਜੇ ਪਾਸੇ ਹਾਲਾਤ, ਕਿਉਂਕਿ ਘਰ ਦਾ ਖਰਚਾ ਚਲਾਉਣਾ ਹੈ, ਬੇਟੀ ਦੀ ਕਾਲਜ ਦੀ ਫੀਸ ਦੇਣੀ ਹੈ, ਆੜਤੀਏ ਨੇ ਪੈਸੇ ਤਾਂ ਦੇਣੇ ਨੇ ਜੇ 200-250 ਬੋਰੀ ਸੁੱਟੇਗਾ, ਤਾਂ ਹੁਣ 200-250 ਬੋਰੀ ਕਿੱਲੇ 'ਚੋਂ ਤਾਂ ਨਿਕਲਣੀ ਕੋਈ ਨਹੀਂ। ਤਾਂ ਉਹ ਜਿਹੜੀ 200-250 1000 ਬੋਰੀ 2 4 8 10 ਕਿੱਲਿਆਂ 'ਚੋਂ ਨਿਕਲਣੀ ਹੈ, ਫਿਰ ਠੇਕੇ ਦੀ ਗੱਲ ਆ ਜਾਣੀ ਹੈ। ਤਾਂ ਇੱਕ ਦੇ ਖੇਤ 5 ਏਕੜ ਨੇ, ਖਰੀਦਣ ਵਾਲੇ 4 ਆ ਗਏ, ਤਾਂ ਫਿਰ ਉਹ 40,000 ਦੀ ਜਗ੍ਹਾ 'ਤੇ 70,000 ਤੱਕ ਚਲੇ ਜਾਣੀ ਹੈ। ਤਾਂ ਕਰ ਕੀ ਲਿਆ ਕਿ ਜਿਹੜੀ ਮਾਤਾ ਧਰਤ ਮਹੱਤ ਸੀ, ਬੋਲੀਆਂ ਲਾ ਲਾ ਕੇ ਉਹਨੂੰ ਇਹੋ ਜਿਹਾ ਪ੍ਰਵਾਸੀ ਬਣਾ ਦਿੱਤਾ ਕਿ ਇਸ ਮਾਂ ਦਾ ਮੋਹ ਟੁੱਟਦਿਆਂ ਸਾਰੇ ਪਰਦੇਸੀ ਹੁੰਦੇ ਜਾ ਰਹੇ ਹਾਂ। ਜਦੋਂ ਪ੍ਰਦੇਸ਼ ਵਿੱਚ ਜਾ ਕੇ ਵਸਦੇ ਹਾਂ, ਫਿਰ ਸਾਨੂੰ ਇੱਧਰ ਦਾ ਜਿਹੜਾ ਹਰੇਵਾਂ ਸਤਾਉਣ ਲੱਗ ਜਾਂਦਾ ਹੈ। ਫਿਰ ਆਪਣੇ ਪੰਜਾਬ ਲਈ ਕੰਮ ਕਰਨ ਦੇ ਲੰਬੀਆਂ ਚੌੜੀਆਂ ਤਕਰੀਰਾਂ ਚੱਲਦੀਆਂ ਨੇ, ਬੜਾ ਕੁਝ ਚੱਲਦਾ ਹੈ। ਫਿਰ ਸਵਾਲ ਜਵਾਬੀ ਸ਼ੁਰੂ ਹੋ ਜਾਂਦੀ ਹੈ, ਇੱਧਰਲਿਆਂ ਨੂੰ ਉੱਧਰਲੇ ਕਹਿੰਦੇ ਨੇ ਇੱਧਰ ਕੁਝ ਨਹੀਂ, ਉਹ ਕਹਿੰਦਾ ਤੂੰ ਕੀ ਕਰਦਾ, ਮੈਂ ਤੇ ਆਊਂਗਾ। ਫਿਰ ਉੱਧਰ ਜਾ ਕੇ ਲੜਾਈਆਂ ਹੁੰਦੀਆਂ, ਡਿਪੋਰਟ ਹੁੰਦੇ ਨੇ, ਜੋ ਕੁਝ ਹੈ ਲੁਕਿਆ ਛਿਪਿਆ ਨਹੀਂ। ਤਾਂ ਇੱਕ ਅਹਮ ਜਿਹੜਾ ਹੈ, ਹੰਕਾਰ ਜਿਹੜਾ ਹੈ, ਔਗਣ ਦੇ ਵਿੱਚ ਆ ਕੇ ਜ਼ਿੰਦਗੀ ਨੂੰ ਕਿਸ ਤਰ੍ਹਾਂ ਨਾਲ ਨੁਕਸਾਨ ਕਰ ਦਿੰਦਾ ਹੈ, ਅੱਜ ਦੇ ਸਮਾਜ ਦੀ ਮੈਨੂੰ ਲੱਗਦਾ ਇਹਦੇ ਤੋਂ ਵੱਧ ਕੇ ਤਸਵੀਰ ਕੋਈ ਨਹੀਂ ਹੋਵੇਗੀ। ਆਪਣੇ ਆਪਣੇ ਘਰ ਅੰਦਰ ਗੌਰ ਕਰਕੇ ਵੇਖਣਾ, ਇਸ ਤਸਵੀਰ ਦਾ ਕੋਈ ਨਾ ਕੋਈ ਰੂਪ ਸਾਹਮਣੇ ਨਜ਼ਰ ਆਏਗਾ। ਹੁਣ ਇਹਦਾ ਇਲਾਜ ਕਿੱਦਾਂ ਹੋਏ? ਤਾਂ ਇਹਦੇ ਇਲਾਜ ਲਈ ਜਿਹੜਾ ਦ੍ਰਿਸ਼ ਅਤੇ ਅਦ੍ਰਿਸ਼ ਰੂਪ ਹੈ, ਜਿਹਦੇ ਵਿੱਚੋਂ ਅਧਰਮ ਨੂੰ ਘਟਾ ਕੇ ਧਰਮ ਦੀ ਪਾਲਣਾ ਕੀਤੀ ਜਾ ਸਕਦੀ ਹੈ। ਅਧਰਮ ਕਦੇ ਖਤਮ ਨਹੀਂ ਹੁੰਦਾ, ਪਰ ਧਰਮ ਅਧਰਮ ਦੇ ਉੱਪਰ ਆਪਣਾ ਪ੍ਰਭਾਵ ਪਾ ਕੇ ਉਸ ਨੂੰ ਦਬਾ ਦਿੰਦਾ ਹੈ, ਘਟਾ ਦਿੰਦਾ ਹੈ। ਇਸੇ ਤਰ੍ਹਾਂ ਨਾਲ ਬੁਰੇ ਜਿਹੜੇ ਪ੍ਰਭਾਵ ਨੇ ਸਾਡੀ ਜ਼ਿੰਦਗੀ 'ਚੋਂ ਬਾਹਰ ਨਹੀਂ ਨਿਕਲਦੇ, ਪਰ ਸ਼ੁਭ ਗੁਣ ਉਹਨਾਂ ਉੱਪਰ ਪਰਦਾ ਪਾ ਦਿੰਦੇ ਨੇ, ਔਰ ਚੰਗੇ ਗੁਣਾਂ ਕਰਕੇ ਸਮਾਜ ਸਾਨੂੰ ਸਨਮਾਨ ਦਿੰਦਾ ਹੈ। ਕੋਈ ਇੱਕ ਚੰਗਾ ਗੁਣ ਸਾਡੇ ਬਹੁਤ ਸਾਰੇ ਔਗਣਾਂ ਨੂੰ ਢੱਕ ਦਿੰਦਾ ਹੈ। ਮੈਂ ਸਮਝਣਾ ਕਿ ਜੇ ਮਹਾਂਪੁਰਖਾਂ ਦੀ, ਬਾਬਾ ਸਰਦਾਰਾ ਸਿੰਘ ਜੀ ਦੀ ਯਾਦ ਅੰਦਰ ਜੁੜੇ ਹੋ, ਆਪਣੇ ਆਪ ਨੂੰ ਬੀਬੀ ਕਰਮ ਕੌਰ ਜੀ ਦੇ ਪਰਉਪਕਾਰਾਂ ਵਿੱਚੋਂ ਪਰੋਤਿਆ ਹੋਇਆ ਵੇਖਣਾ ਚਾਹੁੰਦੇ ਹੋ, ਕੋਈ ਨਾ ਕੋਈ ਗੁਣ ਜ਼ਰੂਰ ਸੰਭੋ। ਚਾਹੇ ਉਹ ਧਰਤੀ ਦੀ ਪਵਿੱਤਰਤਾ ਵਾਲਾ ਹੈ, ਪਾਣੀ ਦੀ ਪਵਿੱਤਰਤਾ ਵਾਲਾ ਹੈ, ਹਵਾ ਦੀ ਪਵਿੱਤਰਤਾ ਵਾਲਾ ਹੈ, ਕਿਸੇ ਉੱਪਰ ਦਇਆ ਕਰਨ ਵਾਲਾ, ਦੁੱਖ ਵੰਡਾਉਣ ਵਾਲਾ ਹੈ। ਬੜੇ ਗੁਣ ਨੇ, ਤੁਹਾਨੂੰ ਆਪਣੇ ਆਪ ਨਜ਼ਰ ਆਉਣਗੇ। ਇਕੱਲਿਆਂ ਨਹੀਂ ਕਰ ਸਕਦੇ ਤਾਂ ਕਲੱਬ ਦਾ ਰੂਪ ਬਣ ਕੇ ਕੋਲੈਬੋਰੇਟ ਹੋ ਕੇ ਕਰੋ, ਸੁਸਾਇਟੀ ਦਾ ਰੂਪ ਬਣ ਕੇ ਐਸੋਸੀਏਟ ਹੋ ਕੇ ਕਰੋ। ਜਿਸ ਤਰ੍ਹਾਂ ਵੀ ਹੋ ਸਕਦਾ ਹੈ, ਸਾਂਝ ਕਰੀਜੈ ਗੁਣ ਹੈ ਕੇਰੀ ਦਾ ਰੂਪ ਹੋ ਕੇ ਜਦੋਂ ਕਰੋਗੇ ਤਾਂ ਸਤਿਗੁਰੂ ਨਜ਼ਰ ਆਉਣਗੇ। ਕਿਉਂਕਿ ਇਹ ਸ਼ਬਦ
ਸਤਿਗੁਰੂ ਜੀ ਦੀ ਮਹਾਨਤਾ ਦਾ ਸ਼ਬਦ ਹੈ। ਸੰਤ ਬਾਬਾ ਸਰਦਾਰਾ ਸਿੰਘ ਜੀ ਦੀਆਂ ਲਿਖਤਾਂ ਜਿੰਨੀਆਂ ਕੋ ਇੱਥੇ ਲਿਖੀਆਂ ਹੁੰਦੀਆਂ ਸਨ, ਦਾਸ ਨੇ ਪੜ੍ਹੀਆਂ ਨੇ, ਪੂਰੀ ਤਰ੍ਹਾਂ ਤੇ ਯਾਦ ਨਹੀਂ, ਪਰ ਉਹਨਾਂ ਸਭ ਵਿੱਚੋਂ ਗੁਰਬਾਣੀ ਦਾ ਪ੍ਰਤਾਪ ਅੰਮ੍ਰਿਤ ਰਸ ਵਾਂਗੂ ਟਪਕਦਾ ਸੀ। ਔਰ ਉਸ ਗੁਰਬਾਣੀ ਦੇ ਪ੍ਰਤਾਪ ਨੂੰ ਸਵੇਰੇ ਉੱਠ ਕੇ 5 ਬਾਣੀਆਂ ਪੜ੍ਹਨੀਆਂ, ਸ਼ਾਮ ਨੂੰ ਰਹਿਰਾਸ ਸਾਹਿਬ ਪੜ੍ਹਨੀ। ਅਗਰ ਤੁਹਾਡਾ ਬੱਚਾ ਗ੍ਰੈਜੂਏਟ ਹੋ ਰਿਹਾ ਹੈ, +2 ਤੋਂ ਉੱਪਰ ਪੜ੍ਹਦਾ ਹੈ, ਤਾਂ ਉਹਨੂੰ ਆਪਣੀ ਹਿਸਟਰੀ ਪੜ੍ਹਾਉਣੀ, ਮਹਾਂਪੁਰਖਾਂ ਦੀਆਂ ਸਾਖੀਆਂ ਪੜ੍ਹਾਉਣੀਆਂ, ਚੰਗੇ ਗੁਣ ਸਿੱਖਣ ਦੀ ਉਹਦੇ ਅੰਦਰ ਲਾਇਬਿਲਿਟੀ ਪੈਦਾ ਕਰਨੀ ਕਿ ਪੈਸਾ ਸਭ ਕੁਝ ਨਹੀਂ ਹੁੰਦਾ। ਕਲਾ ਕੋਲ ਹੋਵੇ ਪੈਸਾ ਵੱਧਦਾ ਜਾਂਦਾ ਹੈ, ਅਗਰ ਕਲਾ ਖਤਮ ਹੋ ਜਾਏ ਫਿਰ ਵਿਜੇ ਮਾਲੀਆ ਵਰਗੇ ਵੀ ਆਪਣੇ ਆਪ ਨੂੰ ਉਸ ਜਗ੍ਹਾ ਤੇ ਖੜੇ ਨਹੀਂ ਕਰ ਸਕਦੇ। ਫਿਰ ਕਿਹਾ ਜਾਂਦਾ 42,000 ਕਰੋੜ ਲੈ ਕੇ ਭੱਜ ਗਿਆ। ਤਾਂ ਇਹ ਇਕਾਨਮਿਕ ਪ੍ਰੋਸੈਸ ਜਿਹੜੇ ਹੁੰਦੇ ਨੇ, ਇਹ ਹਮੇਸ਼ਾ ਕਿਰਤ ਨਾਲ ਜੁੜਿਆ ਹੀ ਸਫਲ ਹੁੰਦੇ ਨੇ, ਤੇ ਨਹੀਂ ਉਹ ਕੋਈ ਮੋਢੇ 'ਚ ਝੋਲਾ ਪਾ ਕੇ ਤੇ ਨਹੀਂ ਭੱਜਿਆ ਨਾ। ਜੇ ਸਾਰਾ ਕੁਝ ਹੋਇਆ ਕਾਗਜ਼ਾਂ ਰਾਹੀਂ, ਕਾਗਜ਼ਾਂ ਵਿੱਚ ਤੁਰਿਆ ਫਿਰਦਾ ਹੈ, ਕਾਗਜ਼ਾਂ ਰਾਹੀਂ ਹੀ ਕਾਗਜ਼ਾਂ ਤੋਂ ਫਿਰ ਕਾਬੂ ਕੀਤਾ ਜਾ ਸਕਦਾ ਹੈ। ਤਾਂ ਦੁਨੀਆ ਸ਼ਬਦ ਦੇ ਦੁਆਲੇ ਘੁੰਮਦੀ ਹੈ, ਔਰ ਸ਼ਬਦ ਦੁਆਰਾ ਹੀ ਸਵਰੀ ਤੇ ਸਵਾਰੀ ਜਾਂਦੀ ਹੈ। ਇਸੇ ਲਈ ਸਾਨੂੰ ਮਾਣ ਹੈ ਕਿ ਸਾਡੇ ਦ੍ਰਿਸ਼ ਅਤੇ ਆਦ੍ਰਿਸ਼ ਨੂੰ ਸਵਾਰਨ ਵਾਲਾ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਜੀ ਹੈ। ਇਹ ਸਾਡਾ ਦੁਖਾਂਤ ਹੈ ਕਿ ਅਸੀਂ ਆਪਣੀ ਮਾਂ ਦਾ ਸਤਿਕਾਰ ਕਰਨਾ ਭੁੱਲ ਕੇ ਮਾਤਾ ਧਰਤ ਮਹੱਤ ਦਾ ਸਤਿਕਾਰ ਭੁੱਲਦਿਆਂ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਮੈਨੂੰ ਨਹੀਂ ਲੱਗਦਾ ਕਦੇ ਨਜ਼ਰ ਆਉਂਦਾ ਹੋਏਗਾ ਰੱਬ ਵੀ ਸਾਡੀ ਮਾਂ ਹੈ, ਰੱਬ ਵੀ ਸਾਡਾ ਪਿਓ ਹੈ, ਸਾਡਾ ਜੀਵਨ ਅਸੀਂ ਰੱਬ ਦੇ ਬੱਚੇ ਹਾਂ। ਤਾਂ ਰੱਬ ਦਾ ਬੱਚਾ ਤੇ ਕਦੇ ਬੁਰਾ ਹੋ ਹੀ ਨਹੀਂ ਸਕਦਾ। ਤਾਂ ਇਹ ਸਭ ਕੁਝ ਜਦੋਂ ਨਜ਼ਰ ਆਏਗਾ ਤਾਂ ਉਸ ਲਈ ਗੁਰੂ ਸਾਹਿਬ ਇਹ ਸ਼ਬਦ ਦਾ ਪਰਉਪਕਾਰ ਬਖਸ਼ਿਸ਼ ਕਰਦੇ ਨੇ। ਸ਼ਰਵਣ ਕਰੀਏ। ਟੋਡੀ ਮਹੱਲਾ ਪੰਜਵਾ। ਸਤਿਗੁਰ ਆਇਓ ਸ਼ਰਨ ਤੁਹਾਰੀ। ਬੇਨਤੀ ਰੂਪ ਦਾ ਇਹ ਸ਼ਬਦ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਦੇ ਨੇ, ਹੇ ਗੁਰਸਿੱਖਾ, ਜੇ ਤੈਨੂੰ ਲੱਗਦਾ ਵਾਕਿਆ ਹੀ ਮੈਂ ਦਇਆ ਦੇਖਣੀ ਚਾਹੁੰਦਾ ਹਾਂ, ਕਿਉਂਕਿ ਦਇਆ ਦੇਖਣੀ ਹੈ ਤੇ ਦਇਆਵਾਨ ਬਣਨਾ ਪੈਣਾ। ਜੇ ਤੈਨੂੰ ਲੱਗਦਾ ਹੈ ਕਿ ਮੈਂ ਵਾਕਿਆ ਹੀ ਖਿਮਾ ਵੇਖਣੀ ਚਾਹੁੰਦਾ ਹਾਂ, ਕਿਉਂਕਿ ਜਹਾਂ ਖਿਮਾ ਤਹ ਆਪ, ਜਿੱਥੇ ਖਿਮਾ ਹੁੰਦੀ ਹੈ ਉੱਥੇ ਰੱਬ ਹੁੰਦਾ ਹੈ, ਤਾਂ ਖਿਮਾਵਾਨ ਬਣਨਾ ਪੈਣਾ। ਤਾਂ ਅਰਦਾਸ ਕਰ, ਬੇਨਤੀ ਕਰ, ਹੱਥ ਜੋੜ ਕੇ, ਸਤਿਗੁਰ ਆਇਓ ਸ਼ਰਨ ਤੁਹਾਰੀ। ਹੇ ਮੇਰੇ ਸਤਿਗੁਰ ਸਾਹਿਬ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹੋਇਆ ਹਾਂ। ਮੇਰੇ ਜੀਵਨ ਅੰਦਰ ਜੋ ਕੁਝ ਹੈ, ਜਿਹੜਾ ਮੈਨੂੰ ਨਹੀਂ ਪਤਾ, ਤੁਸੀਂ ਉਸ ਨੂੰ ਵੀ ਜਾਣਦੇ ਹੋ, ਕਿਉਂਕਿ ਦੀਵੇ ਤਲੇ ਹਨੇਰਾ ਹੁੰਦਾ ਹੈ। ਜਿਹੜਾ ਮੇਰਾ ਚੰਗਾ ਬੁਰਾ ਹੈ, ਉਸ ਨੂੰ ਮੇਰੇ ਨਾਲੋਂ ਵੱਧ ਕੇ ਹੋਰ ਕੋਈ ਨਹੀਂ ਜਾਣਦਾ। ਹਾਂ, ਬਸ ਇੱਕ ਮਾਣ ਜ਼ਰੂਰ ਹੋਇਆ ਕਿ ਮੈਨੂੰ ਤੇਰਾ ਮਾਣ ਹੈ। ਮਾਣ ਤਾਣ ਮਾਣ ਦੀ ਬਾਣ, ਸਾਚਾ ਨਾਨਕ ਕੀ ਪ੍ਰਗਟੇ। ਹੇ ਵਾਹਿਗੁਰੂ, ਤੂੰ ਹੀ ਮੇਰਾ ਤਾਣ ਹੈ, ਤੂੰ ਹੀ ਮੇਰਾ ਮਾਣ ਹੈ, ਤੂੰ ਹੀ ਮੇਰਾ ਦੀਵਾਨ ਹੈ। ਮੇਰੇ ਲਈ ਤੇ ਕੇਵਲ ਤੇਰੀ ਇੱਕ ਟੇਕ ਹੈ, ਤੇਰੀ ਇੱਕ ਓਟ ਹੈ। ਇਸ ਲਈ ਹੇ ਸਤਿਗੁਰੂ, ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਹੇ ਸਤਿਗੁਰੂ ਜੀ, ਮੈਂ ਆਪ ਦੇ ਵੱਡਿਆਂ ਤੋਂ, ਜਿਨ੍ਹਾਂ ਦੇ ਪਾਸ ਦੀ ਵਿਚਰਦਿਆਂ ਆਇਆ ਹਾਂ, ਇੱਕ ਚੀਜ਼ ਮੇਰੀ ਨਜ਼ਰ ਵਿੱਚ ਆਈ ਕਿ ਜਿਹੜਾ ਜਿਹੜਾ ਵੀ ਤੁਹਾਡੇ ਚਰਨਾਂ ਨਾਲ ਜੁੜਿਆ, ਹਮਾਰੀ ਤੋਂ ਅਰਥ ਹੈ ਤਮਾਮ ਦੀ, ਜਿਹੜਾ ਜਿਹੜਾ ਵੀ ਤੇਰੇ ਚਰਨਾਂ ਨਾਲ ਜੁੜਿਆ, ਉਹਨਾਂ ਤਮਾਮ ਦੀ ਚਿੰਤਾ ਲਾਹੇ ਤੁਸੀਂ ਦੂਰ ਕਰ ਦਿੱਤੀ ਹੈ। ਉਹਨਾਂ ਦੀ ਚਿੰਤਾ ਲੱਥ ਗਈ ਹੈ। ਜਿਹੜੇ ਤੁਹਾਡੀ ਸ਼ਰਨ ਵਿੱਚ ਆਏ, ਸਭ ਤੋਂ ਵੱਡੀ ਗੱਲ
ਮਿਲੈ ਸੂਖ, ਉਹਨਾਂ ਨੂੰ ਆਤਮਿਕ ਸੁੱਖ ਮਿਲਿਆ। ਇਹ ਨਹੀਂ ਹੈ ਕਿ ਵੀ ਲੱਖਾਂ ਰੁਪਈਆਂ ਨਾਲ ਸੁੱਖ ਮਿਲਿਆ, ਉਹਨਾਂ ਨੂੰ ਜੀਵਨ ਜਿਉਣ ਦੀ ਜਾਂਚ ਆ ਗਈ, ਇਸ ਲਈ ਸੁੱਖ ਮਿਲਿਆ। ਉਹ ਕੱਚੀ ਛੱਤ ਹੇਠਾਂ ਰਹਿ ਕੇ ਵੀ ਤੇਰਾ ਸ਼ੁਕਰ ਕਰਦੇ ਨੇ। ਐਸਾ ਨਹੀਂ ਕਹਿੰਦਾ 50 ਲੱਖ ਜੋੜਨਾ ਤੇ 4 ਲੱਖ ਰੁਪਈਆ ਪ੍ਰੀ ਵੈਡਿੰਗ ਚ ਲਾਉਣਾ, ਉੱਥੇ ਫਿਰ ਲੱਕੜ ਦਾ ਆਹ ਕੁਝ ਹੋਊਗਾ, ਆਹ ਹੋਊਗਾ, ਤੇ ਘਰ ਦੇ ਵਿੱਚ ਲੱਕੜ ਦੀ ਛੱਤ ਦੰਦੀਆਂ ਵੜਦੀ ਹੈ। ਤਾਂ ਹੁਣ ਇਹ ਕਿਹੋ ਜਿਹੇ ਹਾਲਾਤ ਹਨ, ਇਹ ਕਿਹੋ ਜਿਹੀ ਸੋਚਣ ਵਾਲੀ ਸ਼ਕਤੀ ਹੈ। ਸਾਨੂੰ ਸਭ ਨੂੰ ਗਰੀਬ ਵੇਖ ਕੇ ਬੜਾ ਤਰਸ ਆਉਂਦਾ ਹੈ। ਅਸੀਂ ਕਹਿੰਦੇ ਹਾਂ ਵਿਚਾਰਾ ਕਿੰਨਾ ਗਰੀਬ ਹੈ, ਤੇ ਆਪਣੇ ਆਪ 'ਚ ਗਰੀਬੀ ਸਾਨੂੰ ਬੁਰੀ ਕਿਉਂ ਲੱਗਦੀ ਹੈ ਬਈ? ਇਹਦਾ ਮਤਲਬ ਗਰੀਬ ਉੱਪਰ ਅਸੀਂ ਅਹਿਸਾਨ ਕਰਕੇ ਆਪਣਾ ਅਹੰਕਾਰ ਜਤਲਾਉਣਾ ਚਾਹੁੰਦੇ ਹਾਂ ਕਿ ਮੈਂ ਬਹੁਤ ਪੈਸੇ ਵਾਲਾ, ਮੈਂ ਦੇ ਰਿਹਾ। ਸੱਜਣਾ, ਇਹ ਨਹੀਂ ਚੱਲੇਗਾ। ਇਹਦੇ ਨਾਲ ਹੰਕਾਰ ਹੋਰ ਜ਼ਿਆਦਾ ਤੈਨੂੰ ਆ ਕੇ ਇਸ ਤਰ੍ਹਾਂ ਨਾਲ ਨੁਕਸਾਨ ਕਰੇਗਾ। ਹਾਂ, ਅਗਰ ਤੇਰੇ ਕੋਲ ਜੋ ਕੁਝ ਰੱਬ ਨੇ ਦਿੱਤਾ ਹੋਇਆ ਉਹਦੇ ਤੇ ਮਾਣ ਮਹਿਸੂਸ ਕਰਦੇ ਹਾਂ, ਜਿਹਨੂੰ ਪੁਰਾਣੇ ਬਜ਼ੁਰਗ ਬਾਪੂ ਕਹਿੰਦੇ ਸਨ ਕਿ ਦਾਨ ਇੱਕ ਹੱਥ ਨਾਲ ਕੀਤਾ, ਦੂਜੇ ਨੂੰ ਪਤਾ ਹੀ ਨਾ ਲੱਗੇ ਕਿ ਦਾਨ ਕੀਤਾ ਹੀ ਹੈ, ਤਾਂ ਇਹ ਜਿਹੜੀ ਭਾਵਨਾ ਹੈ, ਇਹ ਜਿਹੜੀ ਜ਼ਰਖੇਜ਼ਤਾ ਹੈ, ਇਹ ਆਤਮਿਕ ਸੁੱਖ ਵਿੱਚੋਂ ਮਿਲਦੀ ਹੈ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਦੇ ਨੇ, ਹੇ ਗੁਰਸਿੱਖਾ, ਅਰਦਾਸ ਕਰ, ਹੇ ਸਤਿਗੁਰੂ ਤੇਰੀ ਸ਼ਰਨ ਵਿੱਚ ਆਏ ਹਾਂ। ਜਿਹੜੇ ਵੀ ਤਮਾਮ ਮੈਂ ਵੇਖੇ ਉਹਨਾਂ ਦੀ ਚਿੰਤਾ ਲੱਥ ਗਈ, ਤਾਂ ਮੈਨੂੰ ਮਾਣ ਹੋਇਆ। ਤੇਰੇ ਚਰਨਾਂ 'ਚ ਆ ਕੇ ਮੇਰੀ ਵੀ ਚਿੰਤਾ ਦੂਰ ਹੋਏਗੀ। ਵੱਡੀ ਗੱਲ ਮਿਲੈ ਸੂਖ, ਸਭ ਤੋਂ ਵੱਡਾ ਆਤਮਿਕ ਸੁੱਖ ਮਿਲਿਆ। ਜੋ ਕੁਝ ਮੇਰੇ ਕਰਮਾਂ ਦਾ ਧਨ ਦੌਲਤ ਸਮਰਿੱਧੀ ਮੇਰੇ ਪਾਸ ਹੈ, ਇਸ ਵਿੱਚ ਮਾਣ ਮਹਿਸੂਸ ਹੋਇਆ। ਤੰਦਰੁਸਤ ਸਰੀਰ ਮੇਰੇ ਕੋਲ ਹੈ, ਲੰਬੀ ਉਮਰ ਦਰਾਜ਼ ਜੀਵਨ ਜਿਉਣ ਵਾਲਾ ਸਰੀਰ ਮੇਰੇ ਕੋਲ ਹੈ। ਤੰਦਰੁਸਤ ਖੁਰਾਕ, ਹਵਾ ਪਾਣੀ ਦੀ ਸਮਝ ਮੇਰੇ ਕੋਲ ਹੈ, ਤੇ ਮੇਰੇ ਵਰਗਾ ਕੌਣ ਅਮੀਰ ਹੋਏਗਾ? ਮੈਨੂੰ ਪਤਾ ਹੈ ਦਰਖਤਾਂ ਦੀ ਸੰਭਾਲ ਕੀਤਿਆਂ ਆਵੋ ਹਵਾ ਸਾਫ਼ ਰਹੇਗੀ। ਆਵੋ ਹਵਾ ਹੀ ਸਾਫ਼ ਨਹੀਂ ਰਹੇਗੀ, ਮੌਨਸੂਨ ਸਮੇਂ ਨਾਲ ਆਏਗੀ। ਮੌਨਸੂਨ ਹੀ ਸਾਫ਼ ਨਹੀਂ ਰਹੇਗੀ, ਸਗੋਂ ਐਸਾ ਸਾਥ ਦੇਗੀ ਜੜ੍ਹਾਂ ਰਾਹੀਂ ਧਰਤੀ ਹੇਠਾਂ ਪਾਣੀ ਪ੍ਰਜ਼ਰਵ ਹੋਏਗਾ। ਤਾਂ ਜਿਹੜਾ ਵਰਤਮਾਨ ਕਲੰਕ ਪੰਜਾਬ ਦੇ ਮੱਥੇ ਤੇ ਲੱਗਿਆ ਹੋਇਆ ਹੈ ਕਿ ਝੋਨੇ ਨਾਲ ਧਰਤੀ ਹੇਠਲਾ ਫਸਟ ਤੇ ਸੈਕੰਡ ਫੇਜ਼ ਪਾਣੀ ਦਾ ਪੰਜਾਬੀਆਂ ਨੇ ਖਤਮ ਕਰ ਲਿਆ, ਮੈਂ ਹੁਣ ਇਸ ਨੂੰ ਸੰਭਾਲਾਂਗਾ, ਕਿਉਂਕਿ ਬਰਸਾਤ ਦਾ ਪਾਣੀ ਜਦੋਂ ਜੜ੍ਹਾਂ ਰਾਹੀਂ ਧਰਤੀ ਹੇਠਾਂ ਪ੍ਰਜ਼ਰਵੇਟ ਹੋਏਗਾ ਤਾਂ ਪਹਿਲੇ ਫੇਸ ਵਿੱਚ ਪਾਣੀ ਜਮ੍ਹਾਂ ਹੋਏਗਾ, ਹੌਲੀ ਹੌਲੀ ਫਿਲਟਰੇਟ ਹੁੰਦਿਆਂ ਹੋਇਆਂ ਦੂਜੇ ਫੇਜ਼ ਵਿੱਚ ਜਾਏਗਾ। ਕਿਸੇ ਵੇਲੇ ਇਹ ਬੇਤਹਾਸ਼ਾ ਪਾਣੀ, ਜਿਹਦੇ ਕਰਕੇ ਪੰਜਾਬ 5 ਆਬ ਨਾਮ ਕਰਕੇ ਜਾਣਿਆ ਜਾਂਦਾ ਸੀ, ਮੈਂ ਫਿਰ ਇਸ ਨੂੰ ਉਸੇ ਤਰ੍ਹਾਂ ਨਾਲ ਬਲਵਾਨ ਕਰਾਂਗਾ, ਕਿਉਂਕਿ ਮੈਂ ਮਾਣ ਕਰਨ ਵਾਲਾ ਹਾਂ। ਹੇ ਸਤਿਗੁਰੂ ਤੇਰੇ ਚਰਨਾਂ ਤੇ, ਤੂੰ ਚਾਹੇ ਜੋ ਨਜ਼ਰ ਨਹੀਂ ਆ ਰਿਹਾ ਉਹਨੂੰ ਨਜ਼ਰ ਲਿਆ ਦਿੰਦਾ ਹੈ, ਤੂੰ ਚਾਹੇ ਜੋ ਨਜ਼ਰ ਆ ਰਿਹਾ ਹੈ ਉਸ ਨੂੰ ਦੂਰ ਕਰ ਦੇਣਾ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਰਾਵੈ। ਇਹ ਤੇ ਤੇਰਾ ਪ੍ਰਤਾਪ ਹੈ। ਤਾਂ ਇਹ ਜਿੰਨੀ ਸਮਝ ਮੇਰੇ ਪਾਸ ਹੈ, ਇਹਦੇ ਵਿੱਚੋਂ ਆਤਮਿਕ ਸੁੱਖ ਮੈਨੂੰ ਮਿਲਿਆ। ਅਗਲੀ ਗੱਲ ਨਾਮ ਹਰ, ਉਹ ਹਰੀ ਵਾਹਿਗੁਰੂ ਪਰਮਾਤਮਾ ਜਿਹੜਾ ਸਭ ਅੰਦਰ ਬੈਠਾ, ਉਹਦਾ ਨਾਮ ਮੈਨੂੰ ਮਿਲ ਗਿਆ। ਹੁਣ ਬੁਰੇ ਵੇਖ ਕੇ ਮੈਨੂੰ ਬੁਰੇ ਨਹੀਂ ਲੱਗਦੇ, ਸਗੋਂ ਬੁਰੇ ਵੇਖ ਕੇ ਮੈਨੂੰ ਅੰਦਰ ਇੱਕ ਵੇਦਨਾ ਉਪਜਦੀ ਹੈ, ਹੇ ਮੇਰੇ ਸਾਈਂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾ। ਹੁਣ ਮੇਰੇ ਅੰਦਰੋਂ ਵੇਦਨਾ ਉਪਜਦੀ ਹੈ, ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਹੁਣ ਸਮਝ ਆਉਂਦੀ ਹੈ, ਹੇ ਮੇਰੇ ਵਾਹਿਗੁਰੂ ਤੇਰੇ ਨਾਮ ਦੇ ਪ੍ਰਤਾਪ ਤੋਂ ਬਿਨਾਂ ਜੀਵਨ ਵਿੱਚ ਕੁਝ ਵੀ ਨਹੀਂ ਹੈ। ਤਾਂ ਇਹ ਜਿਹੜਾ ਨਾਮ ਦਾ ਸਰਵਪੱਖੀ ਸਰੂਪ ਹੈ,
ਜਿਹੜਾ ਵਾਹਿਗੁਰੂ ਨਾਮ ਜਹਾਜ਼ ਤੋਂ ਚੱਲਦਿਆਂ ਹੋਇਆਂ ਕੁੱਲ ਦੁਨੀਆ ਕਾਇਨਾਤ ਤੋਂ ਯੂਨੀਵਰਸ ਨੂੰ ਆਪਣੇ ਅੰਦਰ ਸਮਾਉਂਦਿਆਂ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਨੂੰ ਰੀਪ੍ਰੈਜ਼ੈਂਟ ਕਰਦਾ ਹੈ। ਇਹਦੇ ਸਦਕਾ ਸੋਭਾ ਹਰ ਥਾਂ ਤੇ ਵਡਿਆਈ ਮਿਲ ਰਹੀ ਹੈ। ਇਹ ਵਡਿਆਈ ਤੇਰੇ ਨਾਮ ਦੀ ਹੈ, ਕਿਉਂਕਿ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ। ਇਸੇ ਲਈ ਤੇਰੇ ਉਸ ਸਰਵਪੱਖੀ ਸਰੂਪ ਨੂੰ ਗੁਰਮੁਖ ਆਰਾਧਦੇ ਨੇ। ਰੱਬ ਦੇ ਪਿਆਰੇ, ਕਈ ਵਾਰ ਸਾਨੂੰ ਮਰਿਆਦਾਵਾਂ ਦੇ ਵਿੱਚ ਉਲਝੇ ਹੋਏ ਲੋਕਾਂ ਨੂੰ ਪਸੰਦ ਨਹੀਂ ਹੁੰਦੇ, ਕਿਉਂਕਿ ਇੱਕ ਸਾਡੀ ਸ਼ਖਸੀਅਤ ਹੁੰਦੀ ਹੈ ਜਿਸ ਨੂੰ ਅਸੀਂ ਪਰਸਨੈਲਿਟੀ ਕਹਿੰਦੇ ਹਾਂ, ਇੱਕ ਸਾਡੀ ਪ੍ਰੋਸਪੈਰਿਟੀ ਹੁੰਦੀ ਹੈ ਜਿਸ ਨੂੰ ਕਾਰਜ ਕੁਸ਼ਲਤਾ ਕਹਿੰਦੇ ਹਾਂ। ਇੱਕ ਦਇਆ ਹੈ, ਇੱਕ ਦਇਆਵਾਨ ਹੈ। ਦਇਆਵਾਨ ਇੱਕ ਬੰਦੇ ਤੇ ਦਇਆ ਕਰਦਾ, ਬੱਚੇ ਨੂੰ ਪੜ੍ਹਾਉਂਦਾ, 5 ਲੱਖ ਰੁਪਈਆ ਲਾ ਦਿੰਦਾ। ਦੂਜਾ ਫਿਰ ਆ ਗਿਆ, ਹੁਣ ਉਹਦੇ ਕੋਲ 5 ਲੱਖ ਹੋਏਗਾ ਫਿਰ ਤੇ ਦਇਆ ਕਰ ਦੇਗਾ। ਜੇ ਨਾ ਹੋਇਆ ਉਹ ਅੰਦਰੋਂ ਤੇ ਵਿਚਾਰਾ ਕਹੇਗਾ ਭਰਾਵਾ ਜੇ ਹੁੰਦਾ ਤੇ ਮੈਂ ਕਰ ਦਿੰਦਾ, ਪਰ ਜਿਹਦੀ ਨਹੀਂ ਹੋਈ ਹੈਲਪ ਉਹ ਕਹਿੰਦਾ ਕਾਹਦਾ, ਇਹਦਾ ਕੋਈ ਫੁੱਫੜ ਭਤੀਜਾ ਹੋਊ ਤਾਂ ਹੀ ਪੈਸੇ ਦਿੱਤੇ ਆਏ ਨੇ, ਤਾਂ ਉਹ ਉਲਾਂਭਾ ਦੇਗਾ। ਤਾਂ ਸ਼ਖਸੀਅਤ ਦੇ ਵਿੱਚ ਸਵਾਲ ਖੜੇ ਹੋ ਸਕਦੇ ਨੇ, ਪਰ ਸ਼ਖਸੀਅਤ ਦੀ ਜਿਹੜੀ ਕਾਰਜ ਕੁਸ਼ਲਤਾ ਹੈ ਉਹਦੇ ਤੇ ਸਵਾਲ ਨਹੀਂ ਖੜੇ ਕੀਤੇ ਜਾ ਸਕਦੇ, ਕਿਉਂਕਿ ਕਾਰਜ ਕੁਸ਼ਲਤਾ ਜਿਹੜੀ ਹੈ, ਕਰਮ ਸ਼ਕਤੀ ਜਿਹੜੀ ਹੈ, ਇਹ ਜੀਵਨ ਦੀ એનર્ਜੀ ਹੁੰਦੀ ਹੈ, ਜਿਹੜੀ ਨੈਗੇਟਿਵ ਸੋਰਸਸ ਨੂੰ ਵੀ ਪੋਜ਼ਿਟਿਵ ਬਣਾ ਦਿੰਦੀ ਹੈ ਔਰ ਪੋਜ਼ਿਟਿਵ ਨੂੰ ਹੋਰ ਅਗਾਂਹ ਵਧੂ ਜੀਵਨ ਪ੍ਰਦਾਨ ਕਰ ਦਿੰਦੀ ਹੈ। ਤਾਂ ਪਾਤਸ਼ਾਹ ਆਖਦੇ ਨੇ, ਹੇ ਮੇਰੇ ਵਾਹਿਗੁਰੂ, ਤੇਰੀ ਸ਼ਰਨ ਵਿੱਚ ਆਇਆ ਸਾਡੀ ਤਮਾਮ ਦੀ ਚਿੰਤਾ ਲੱਥ ਜਾਂਦੀ ਹੈ, ਆਤਮਿਕ ਸੁਖ ਮਿਲਦਾ ਹੈ, ਨਾਮ ਦੁਆਰਾ ਵਡਿਆਈ ਹਾਸਲ ਹੁੰਦੀ ਹੈ। ਰਹਾਉ ਅਸਥਾਈ ਦੇ ਕੇ ਆਖਦੇ ਹਨ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਹੇ ਮੇਰੇ ਸਤਿਗੁਰ ਜੀ, ਤੁਹਾਡੇ ਤੋਂ ਬਿਨਾਂ ਅਵਰ ਹੋਰ ਨਾ ਸੂਝੈ, ਨਹੀਂ ਪਹੁੰਚ ਵਿੱਚ ਆ ਰਹੀ ਦੂਜੀ ਕੋਈ ਠਾਹਰ ਕਹੀਏ ਟਿਕਾਣਾ। ਤੇਰੇ ਤੋਂ ਬਿਨਾਂ ਦੂਜਾ ਟਿਕਾਣਾ ਮੈਨੂੰ ਨਜ਼ਰ ਨਹੀਂ ਆ ਰਿਹਾ। ਹਾਂ, ਮੇਰੇ ਅੰਦਰ ਦਇਆ ਦਾ ਛੋਟਾ ਜਿਹਾ ਅੰਸ਼ ਹੈ, ਸ਼ੁਕਰ ਹੈ ਤੇਰਾ। ਜਿਹਦੇ ਵਿੱਚ ਦਇਆ ਦਾ ਵੱਡਾ ਅੰਸ਼ ਹੈ, ਮੈਂ ਉਸ ਨਾਲ ਜੁੜ ਜਾਵਾਂ, ਜਾਂ ਛੋਟਾ ਛੋਟਾ ਅੰਸ਼ ਜੁੜਨਾ ਸ਼ੁਰੂ ਹੋ ਜਾਵਾਂ। ਦਇਆਵਾਨਾਂ ਦੀ ਇੱਕ ਸੰਸਥਾ ਬਣ ਜਾਂਦੀ ਹੈ, ਖਿਮਾਵਾਨਾਂ ਦੀ ਇੱਕ ਸੰਸਥਾ ਬਣ ਜਾਂਦੀ ਹੈ। ਅਗਰ ਇੱਕ ਰੁਪਇਆ, ਜਿੰਨੇ ਅਸੀਂ ਤੁਸੀਂ ਇੱਥੇ ਇਕੱਠੇ ਹੋਏ ਹਾਂ, 10,000 ਹਾਂ, ਇੱਕ ਰੁਪਈਆ ਇੱਕ ਗੋਲਕ 'ਚ ਪਾਉਣਾ ਸ਼ੁਰੂ ਕਰ ਦਿਓ, 10,000 ਹੋ ਜਾਏਗਾ। 10 ਰੁਪਏ ਪਾਉਣੇ ਸ਼ੁਰੂ ਕਰ ਦਿਓਗੇ, ਲੱਖ ਰੁਪਈਆ ਹੋ ਜਾਏਗਾ। 100 ਪਾਉਣਾ ਸ਼ੁਰੂ ਕਰ ਦਿਓਗੇ, 10 ਲੱਖ ਹੋ ਜਾਏਗਾ। 1000 ਪਾਉਣਾ ਸ਼ੁਰੂ ਕਰ ਦਿੱਤਾ, ਕਰੋੜ ਹੋ ਜਾਏਗਾ। ਕਿੱਡਾ ਕੋ ਵੱਡਾ ਲੱਗਦਾ, 1000 ਰੁਪਈਆ ਕਿੱਥੇ ਕੋ ਹੈ। ਤਾਂ ਇਹ ਜਿਹੜਾ ਜੁੜਨਾ ਹੈ, ਨਿੱਕੀ ਨਿੱਕੀ ਦਇਆ ਜੋੜੇ, ਨਿੱਕੀ ਨਿੱਕੀ ਖਿਮਾ ਜੋੜੇ, ਇਸ ਨੂੰ ਜੋੜ ਕੇ ਬਾਪੂ ਨੇ ਖਾਲਸਾ ਪੰਥ ਬਣਾਇਆ। ਔਰ ਖਾਲਸੇ ਪੰਥ ਨੂੰ ਮਾਣ ਦਿੱਤਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਪਰ ਬਹੁਤ ਵਾਰ ਸਾਡਾ ਦੁਖਾਂਤ ਹੁੰਦਾ ਹੈ, ਅਸੀਂ ਕਹਿੰਦੇ ਹਾਂ ਕੰਨ ਨੱਕ ਵਰਗੇ ਹੋ ਜਾਣ, ਨੱਕ ਕੰਨ ਵਰਗਾ ਹੋ ਜਾਏ, ਪੈਰ ਦਿਮਾਗ ਵਾਂਗੂ ਕੰਮ ਕਰਨ ਲੱਗ ਜਾਏ, ਦਿਮਾਗ ਪੈਰਾਂ ਵਾਂਗੂ ਰੁੜਿਆ ਫਿਰੇ। ਐਸਾ ਹੋਣਾ ਨਹੀਂ। ਹੋਲ ਬਾਡੀ, ਪੈਰਾਂ ਦਾ ਕੰਮ ਦੌੜਾਉਣਾ ਹੈ, ਹੱਥਾਂ ਦਾ ਕੰਮ ਪਕੜਨਾ ਹੈ, ਅੱਖਾਂ ਦਾ ਕੰਮ ਵੇਖਣਾ ਹੈ, ਜ਼ੁਬਾਨ ਦਾ ਕੰਮ ਬੋਲਣਾ ਹੈ, ਕੰਨਾਂ ਦਾ ਕੰਮ ਸੁਣਨਾ ਹੈ, ਦਿਲ ਦਾ ਕੰਮ ਹਾਰਟ ਦੇ ਵਿੱਚ ਖੂਨ ਨੂੰ ਪੰਪ ਕਰਨਾ ਹੈ। ਤਾਂ ਸਾਰਾ ਕੁਝ ਮਿਲਾ ਕੇ ਇੱਕ ਜੀਵਨ ਬਣਦਾ ਹੈ, ਜਿਸ ਨੂੰ ਇੱਕ ਸਰੀਰ ਨਾਲ ਜੋੜ ਕੇ ਮਲਟੀ ਸੈਲੂਲਰ ਰੂਪ ਵਿੱਚ ਵੇਖਿਆ ਜਾਂਦਾ ਹੈ। ਅੱਜ ਲੋੜ ਹੈ ਗੁਰੂ ਪੰਥ ਦੇ ਐਸੇ ਰੂਪ ਵਿੱਚ ਜਿਹੜੇ ਨੱਕ ਵਾਂਗੂ ਕੰਮ ਕਰਦੇ ਨੇ ਉਹਨਾਂ ਦਾ ਸਨਮਾਨ ਕਰਨ ਦੀ, ਜਿਹੜੇ ਅੱਖ ਵਾਂਗੂ ਕੰਮ ਕਰਦੇ ਨੇ ਉਹਨਾਂ ਦਾ ਸਤਿਕਾਰ ਕਰਨ ਦੀ, ਜਿਹੜੇ ਜ਼ੁਬਾਨ ਵਾਂਗੂ ਕੰਮ ਕਰਦੇ ਨੇ ਉਹਨਾਂ ਦੀ ਪ੍ਰਸ਼ੰਸਾ ਕਰਨ ਦੀ, ਜਿਹੜੇ ਦਿਮਾਗ ਵਾਂਗੂ ਕੰਮ ਕਰਦੇ ਨੇ ਉਹਨਾਂ ਉੱਪਰ ਵਿਸ਼ਵਾਸ ਕਰਨ ਦੀ,
ਜਿਹੜੇ ਮਨ ਵਾਂਗੂ ਕੰਮ ਕਰਦੇ ਨੇ ਉਹਨਾਂ ਦੀ ਦ੍ਰਿੜਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨ ਦੀ, ਪਰ ਅਸੀਂ ਕੁਝ ਹੋਰ ਤਰ੍ਹਾਂ ਨਾਲ ਤੁਰਦੇ ਹਾਂ। ਇਸੇ ਕਰਕੇ ਜਦੋਂ ਸੰਸਥਾਵਾਂ ਨੂੰ ਵੇਖਣਾ ਹੋਵੇ, ਮੋਗੇ ਦੀਆਂ ਸੁਸਾਇਟੀਆਂ, ਇਹ ਉਹ ਲੰਬਾ ਸਿਲਸਿਲਾ ਮਿਲੇਗਾ, ਪਰ ਜਦੋਂ ਦੋਸਤੀ ਦੀ ਗੱਲ ਹੋਏਗੀ, ਮੁਹੱਬਤ ਦੀ ਗੱਲ ਹੋਏਗੀ, ਸਤਿਗੁਰੂ ਦੇ ਪਰਉਪਕਾਰ ਦੀ ਗੱਲ ਹੋਏਗੀ, ਖਾਲਸਾ ਪੰਥ ਦੀ ਗੱਲ ਹੋਏਗੀ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਪਾਣੀ ਦੇ ਹਾਲਾਤ, ਹਵਾ ਦੇ ਹਾਲਾਤ, ਹੁਣ ਇਹ ਵੇਸਟ ਮੈਨੇਜਮੈਂਟ ਦੇ ਹਾਲਾਤ, ਅੱਗਾਂ ਝੋਨੇ ਨੇ ਆ ਜਾਣਾ, ਉਹਦੀ ਪਰਾਲੀ ਨੇ ਕੀ ਹਾਲਾਤ ਬਣਾਉਣੇ ਨੇ, ਇਹ ਸਭ ਕੁਝ ਜਦੋਂ ਨਜ਼ਰ ਆਏਗਾ ਹਰੇਕ ਕਹੇਗਾ ਕੀ ਕੀਤਾ ਜਾਏ ਜੀ, ਸਰਕਾਰਾਂ ਨਹੀਂ ਕੁਝ ਕਰਦੀ। ਤਾਂ 5 ਸਾਲ ਤੋਂ ਬਾਅਦ ਫਿਰ ਤੁਸੀਂ ਬਣਾਉਣੀ ਹੈ, ਹੁਣ ਵੀ ਤੁਸੀਂ ਬਣਾਈ ਹੈ, ਤਾਂ ਗੌਰ ਕਰਨੀ ਹੋਏਗੀ ਅਸੀਂ ਕੀ ਬਣਾ ਰਹੇ ਹਾਂ, ਅਸੀਂ ਕੀ ਕਰ ਰਹੇ ਹਾਂ। ਤਾਂ ਇਸ ਸਭ ਕੁਝ ਦਾਰੋ ਮਦਾਰ ਵਿੱਚੋਂ ਜਿਹੜੇ ਸਤਿਗੁਰੂ ਨੂੰ ਸਮਰਪਿਤ ਹੁੰਦੇ ਨੇ, ਜਿਹੜੇ ਕੰਸਰਨ ਨੂੰ ਸਮਰਪਿਤ ਹੁੰਦੇ ਨੇ, ਜਿਹੜੇ ਪ੍ਰੋਸਪੈਰਿਟੀ ਤੇ ਵਿਸ਼ਵਾਸ ਰੱਖਣ ਵਾਲੇ ਹੁੰਦੇ ਨੇ, ਜਿਹੜੇ ਸਿਧਾਂਤ ਨਾਲ ਜੁੜਨ ਵਾਲੇ ਹੁੰਦੇ ਨੇ, ਉਹ ਜਾਣਦੇ ਨੇ ਅਵਰ ਨ ਸੂਝੈ ਦੂਜੀ ਠਾਹਰ। ਹੇ ਮੇਰੇ ਸਤਿਗੁਰੂ, ਤੇਰੇ ਤੋਂ ਬਿਨਾ ਦੂਜਾ ਕੋਈ ਟਿਕਾਣਾ ਨਹੀਂ ਹੈ, ਕਿਉਂਕਿ ਤੇਰੇ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ। ਹਾਰ ਪਰਿਓ ਤੋ ਦੁਆਰੀ। ਹੇ ਵਾਹਿਗੁਰੂ, ਇਸ ਲਈ ਮੈਂ ਤੇਰੇ ਦਰਵਾਜ਼ੇ ਤੇ ਆ ਪਿਆ ਹਾਂ, ਮੈਂ ਤੇਰੀ ਸ਼ਰਨ ਅੱਗੇ ਆ ਪਿਆ ਹਾਂ। ਗੌਰ ਕਰਕੇ ਵੇਖਣਾ, ਆਪਣੇ ਘਰ ਪਰਿਵਾਰ ਵਿੱਚ ਬੈਠ ਕੇ ਜਦੋਂ ਆਪਣੇ ਆਪ ਦਾ ਹਿਸਾਬ ਕਿਤਾਬ ਕਰੋਗੇ ਕਿ ਮੈਂ ਦਿਨ ਵਿੱਚ 200 ਰੁਪਈਆ ਕਮਾਇਆ, ਹੋ ਸਕਦਾ ਕਿ ਤੁਸੀਂ 100 ਰੁਪਏ ਨਾਲ ਗੁਜ਼ਾਰਾ ਕਰ ਲਵੋ, ਪਰ ਜੇ ਇੱਕ ਦਿਨ 1000 ਰੁਪਈਆ ਕਮਾ ਲਿਆ, ਉਦਣ 900 ਨਾਲ ਗੁਜ਼ਾਰਾ ਕੀਤਾ, ਤੇ ਜਿੱਦਣ 200 ਕਮਾਇਆ ਉਦਣ 100 ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਏਗਾ। ਇਹੀ ਔਖ ਨੇ ਸਾਨੂੰ ਇੰਨੇ ਕੋ ਔਖੇ ਕਰ ਦਿੱਤਾ ਹੈ ਕਿ ਦੂਜੇ ਦੀ ਕੋਠੀ ਸਾਡੇ ਕੱਚੇ ਘਰ ਨੂੰ ਦੰਦੀਆਂ ਹੀ ਵੱਢਦੀ ਰਹਿੰਦੀ ਹੈ, ਜਿੰਨਾ ਚਿਰ ਤੱਕ ਅਸੀਂ 25 ਲੱਖ ਨਾਲ ਅਗਲੀ ਕੋਠੀ ਖੜੀ ਨਾ ਕਰ ਦਈਏ। ਉਸ 25 ਲੱਖ ਦੇ ਉੱਪਰ ਲੱਗਦਾ ਵਿਆਜ, ਫਿਰ ਅਗਲੇ ਹਾਲਾਤ ਖੁਦਕੁਸ਼ੀਆਂ ਵੱਲ ਧਕੇਲ ਦਿੰਦੇ ਨੇ। ਤਾਂ ਜਿਨ੍ਹਾਂ ਨੂੰ ਇਹ ਵਿਸ਼ਵਾਸ ਹੁੰਦਾ, ਉਹ ਮਹੀਨੇ ਭਰ ਨੂੰ ਗ੍ਰਾਫ ਨਾਲ ਵੇਖਦੇ ਨੇ ਕਿ ਸਭ ਤੋਂ ਘੱਟ ਮੈਂ ਕਿਸ ਦਿਨ ਕਮਾਏ, ਉਹ ਸਾਲ ਵਿੱਚ ਵੇਖਦੇ ਨੇ ਸਭ ਤੋਂ ਘੱਟ ਮੈਂ ਕਿਸ ਦਿਨ ਕਮਾਏ, ਤਾਂ ਉਹ ਜਿਹੜਾ ਸਭ ਤੋਂ ਘੱਟ ਕਮਾਇਆ ਹੋਇਆ ਦਿਨ ਉਹ ਤੋਂ ਹੇਠਾਂ ਆਪਣਾ ਖਰਚਾ ਰੱਖਦੇ ਨੇ। ਮੰਨ ਲਓ ਮਹੀਨੇ ਵਿੱਚ ਸਭ ਤੋਂ ਘੱਟ 200 ਰੁਪਈਆ ਕਮਾਇਆ, ਸਭ ਤੋਂ ਵੱਧ 900 ਰੁਪਈਆ ਕਮਾਇਆ, ਤਾਂ ਜਿਹਨੇ 200 ਰੁਪਈਏ 'ਚੋਂ 100 ਨਾਲ ਗੁਜ਼ਾਰਾ ਕਰਨਾ ਸਿੱਖਿਆ, ਤਾਂ 1000 ਰੁਪਈਏ ਵੇਲੇ ਉਹਦੇ ਕੋਲ 900 ਰੁਪਈਏ ਦੀ ਬੱਚਤ ਹੋ ਗਈ। ਇਹੀ ਇੱਕ ਬੱਚਤ ਸੀ ਸਾਡੇ ਬਜ਼ੁਰਗਾਂ ਕੋਲ। ਉਹਨਾਂ ਕੋਲ ਘਰਾਂ ਦੇ ਵਿੱਚ ਠੂਠਿਆਂ 'ਚ, ਤੌੜੀਆਂ 'ਚ, ਕੁੱਜਿਆਂ 'ਚ ਸੋਨਾ ਤੇ ਚਾਂਦੀ ਦੇ ਪੈਸੇ ਸੰਭਾਲ ਕੇ ਕੰਧਾਂ 'ਚ ਹੀ ਰੱਖੇ ਹੁੰਦੇ ਸਨ, ਜਿਹੜੇ ਰੱਖ ਕੇ ਹੀ ਭੁੱਲ ਜਾਂਦੇ ਸਨ। ਇਹ ਉਹਨਾਂ ਦੀ ਅਮੀਰੀ ਸੀ, ਇਹ ਉਹਨਾਂ ਦਾ ਕੁਦਰਤ ਦੇ ਨਾਲ ਪਿਆਰ ਸੀ, ਇਹ ਉਹਨਾਂ ਦਾ ਜਿਹੜਾ ਚਿੰਤਾ ਲਾਹੇ ਹਮਾਰੀ ਵਿੱਚੋਂ ਹਾਰ ਪਰਿਓ ਤੋ ਦੁਆਰੀ ਸੀ ਕਿ ਘਰ ਤੋਂ ਬਾਹਰ ਨਿਕਲ ਕੇ ਕਿਹਦੇ ਕੋਲ ਮੰਗਣ ਜਾਵਾਂਗਾ। ਅੱਜ ਤੇ ਤੁਸੀਂ ਵੇਖਦੇ ਹੋਵੋਗੇ ਹਾਲਾਤ ਇਹ ਹੁੰਦੇ ਨੇ, ਅਗਰ ਤੁਸੀਂ ਕਿਸੇ ਨੂੰ ਦਾਨ ਕਰ ਦਿਓ, ਕਹਿੰਦਾ ਆਪਣੀ ਜੇਬ 'ਚੋਂ ਲਿਆਇਆ, ਕਿਸੇ ਕੋਲੋਂ ਹੀ ਲਿਆਇਆ ਹੋਏਗਾ, ਤਾਂ ਉਹਨੇ ਉਹ ਜਿਹੜੇ ਵਿਚਾਰੇ ਨੇ ਜੇਬ 'ਚੋਂ ਵੀ ਕੱਢੇ ਹੁੰਦਾ, ਉਹਦੇ ਤੇ ਵੀ ਸਵਾਲ ਖੜਾ ਹੋ ਜਾਂਦਾ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਦੇ ਨੇ, ਹੇ ਭਾਈ, ਜਦੋਂ ਸਿੱਖ ਬਣ ਕੇ ਜਾਣਾ ਗੁਰੂ ਕੋਲ, ਅਰਦਾਸ ਇਹੀਓ ਕਰਨੀ ਹੈ, ਹੇ ਸਤਿਗੁਰੂ, ਅਵਰ ਨ ਸੂਝੈ ਦੂਜੀ ਠਾਹਰ। ਤੇਰੇ ਤੋਂ ਬਿਨਾ ਦੂਜਾ ਕੋਈ ਟਿਕਾਣਾ ਮੈਨੂੰ ਸੁਝਦਾ ਹੀ ਨਹੀਂ। ਹਾਰ ਪਰਿਓ ਤੋ ਦੁਆਰੀ, ਮੈਂ ਤੇਰੇ ਦਰਵਾਜ਼ੇ ਤੇ ਆ ਕੇ ਪਿਆ ਹਾਂ। ਲੇਖਾ ਛੋੜ ਅਲੇਖੈ ਛੂਟ ਹੈ, ਹਮ ਨਿਰਗੁਣ ਲੇਹੋ ਉਬਾਰੀ। ਹੇ ਵਾਹਿਗੁਰੂ, ਹੇ ਮੇਰੇ ਸਤਿਗੁਰੂ, ਤੂੰ ਤੇ ਮੈਨੂੰ ਜਾਣਦਾ ਹੈ, ਮੇਰੇ ਕੋਲ ਜਿੰਨਾ ਕੁ ਹੈ ਇਹ ਤੇਰਾ ਪ੍ਰਤਾਪ ਹੈ, ਮੇਰਾ ਤੇ ਇਹ ਵੀ ਨਹੀਂ। ਜਿੰਨੇ ਅਸੀਂ ਤੁਸੀਂ ਹਾਂ, ਗੌਰ ਕਰਕੇ ਵੇਖਿਓ, ਪੜ੍ਹਾਈ ਤੁਹਾਡੀ ਹੈ। ਜੇ ਤੁਹਾਨੂੰ ਟੀਚਰ ਨਾ ਪੜ੍ਹਾਉਂਦੇ ਕਿਵੇਂ ਤੁਸੀਂ ਪੜ੍ਹ ਜਾਂਦੇ? ਮਾਂ ਬਾਪ ਫੀਸ ਨਾ ਦਿੰਦੇ ਕਿੱਦਾਂ ਪੜ੍ਹ ਜਾਂਦੇ? ਸਰਕਾਰ ਸਰਕਾਰੀ ਅਦਾਰੇ ਨਾ ਬਣਾਉਂਦੀ ਕਿੱਦਾਂ ਪੜ੍ਹ ਜਾਂਦੇ? ਇਹ ਆਲੀਸ਼ਾਨ ਗੁਰਦੁਆਰਾ ਸਾਡੇ ਬਜ਼ੁਰਗਾਂ ਨੇ ਨਾ ਬਣਾਇਆ ਹੁੰਦਾ ਕਿੱਦਾਂ ਬੈਠ ਜਾਂਦੇ?
ਤਾਂ ਸਾਡੇ ਤੇ ਕਿਸੇ ਨਾ ਕਿਸੇ ਦੀ ਸਿੱਧੇ ਅਸਿੱਧੇ ਦ੍ਰਿਸ਼ ਅਦ੍ਰਿਸ਼ ਰੂਪ ਦੇ ਵਿੱਚ ਇਨਵੈਸਟਮੈਂਟ ਹੋਈ ਹੈ। ਬਸ ਅਸੀਂ ਉਸੇ ਦਾ ਹੀ ਕਰਜ਼ਾ ਚੁਕਾ ਰਹੇ ਹਾਂ। ਉਹੀ ਇਨਵੈਸਟਮੈਂਟ ਜਿਹੜੀ ਸਾਡੇ ਤੇ ਹੈ ਉਸ ਨੂੰ ਅਗਲਿਆਂ ਤੇ ਲਾ ਰਹੇ ਹਾਂ। ਜੇ ਇਹ ਲਾਉਂਦੇ ਹੋਗੇ ਫਿਰ ਗੌਰ ਕਰਕੇ ਵੇਖਿਓ ਆਪਣੇ ਬੱਚਿਆਂ ਨੂੰ ਖੇਤੀ ਦਾ ਗੁਣ ਕਿੰਨਾ ਸਿਖਾ ਰਹੇ ਹਾਂ, ਹਵਾ ਪਾਣੀ ਸੰਭਾਲਣ ਦੀ ਕਿੰਨੀ ਸਿੱਖਿਆ ਦੇ ਰਹੇ ਹਾਂ। ਪੈਸਾ ਜੇ ਨਿਕਲੇਗਾ, ਖੇਤ ਵਿੱਚੋਂ ਫਸਲ ਹੋਏਗੀ ਤਾਂ ਨਿਕਲੇਗਾ, ਧਰਤੀ ਵਿੱਚੋਂ ਰੀਨਿਊਏਬਲ ਨਾਨ ਰੀਨਿਊਏਬਲ ਸੋਰਸਸ ਹੋਣਗੇ ਤਾਂ ਮਿਲੇਗਾ। ਤਾਂ ਨਾਨ ਰੀਨਿਊਏਬਲ ਸੋਰਸ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਅੱਜ ਸਾਡੇ ਦੇਸ਼ ਵਿੱਚ ਜਿੰਨੇ ਐਨਰਜੀ ਸੋਰਸ ਨੇ, ਕਰੂਡ ਆਇਲ ਹੈ, ਕੋਲ ਹੈ, ਮੁੱਕਦਾ ਜਾ ਰਿਹਾ ਹੈ। ਇਹਦੇ ਤੇ ਚਿੰਤਾਵਾਂ ਕੀਤੀਆਂ ਜਾ ਰਹੀਆਂ ਨੇ। ਜਿੰਨੇ ਆਈਸ ਏਰੀਆਜ਼ ਨੇ ਢਲ ਰਹੇ ਨੇ, ਉਹਨਾਂ ਤੇ ਚਿੰਤਾਵਾਂ ਕੀਤੀਆਂ ਜਾ ਰਹੀਆਂ ਨੇ। ਤੇ ਅਸੀਂ ਕੀ ਕਹਿਣਾ, ਚੱਲ ਦੇਖੀ ਜਾਊਗਾ। ਤਾਂ ਇਹ ਜਿਹੜਾ ਦੇਖੀ ਜਾਊਗਾ, ਵਧਦਿਆਂ ਜਿਵੇਂ ਕਰੋੜ ਰੁਪਈਆ ਇਕੱਠਾ ਕਰਨ ਲੱਗਿਆ ਸਾਨੂੰ ਹਜ਼ਾਰ ਦੇਣਾ ਪਿਆ, ਤੇ ਘਰ ਵਿੱਚੋਂ ਅਸੀਂ ਜਦੋਂ ਗੰਦਾ ਪਾਣੀ ਕੱਢਦੇ ਹਾਂ 100 ਲੀਟਰ ਦੇ ਨਾਲ ਲੱਖਾਂ ਤੋਂ ਅੱਗੇ MLD ਦੇ ਵਿੱਚ ਚੇਂਜ ਹੁੰਦਿਆਂ ਬੁੱਢਾ ਨਾਲਾ ਗੰਦਾ ਨਾਲਾ ਬਣ ਕੇ ਰਹਿ ਗਿਆ। ਡਰੇਨਾਂ ਤੁਹਾਡੇ ਨੇੜੇ ਦੀ ਹੋਣਗੀਆਂ, ਛੱਪੜਾਂ ਦੇ ਨੇੜੇ ਜਾ ਕੇ ਬੈਠ ਕੇ ਵੇਖਿਓ ਤੇ ਨਜ਼ਰ ਆਏਗਾ ਕਿ ਅਸੀਂ ਕੀ ਕਰ ਰਹੇ ਹਾਂ। ਤਾਂ ਇਹਨੂੰ ਜੇ ਕੋਈ ਬਚਾ ਸਕਦਾ ਹੈ ਤਾਂ ਬਾਪੂ ਆਂਦਾ ਲੇਖਾ ਛੋੜ। ਹੇ ਮੇਰੇ ਵਾਹਿਗੁਰੂ, ਜੇ ਮੇਰੇ ਇਹਨਾਂ ਔਗਣਾਂ ਨੂੰ ਯਾਦ ਕਰਨ ਲੱਗ ਗਿਆ, ਮੇਰਾ ਟਿਕਾਣਾ ਨਹੀਂ ਜੇ ਰਹਿਣਾ। ਮੇਰੇ ਇਸ ਲੇਖੇ ਨੂੰ ਤੇ ਪਾਸੇ ਕਰ, ਅਲੇਖਾ ਛੂਟ ਹੈ। ਤੇਰੀ ਮਿਹਰਬਾਨੀ ਨਾਲ ਹੀ ਲੇਖ ਤੋਂ ਰਹਿਤ ਹੋ ਕੇ ਹੀ ਅਸੀਂ ਬਚ ਸਕਦੇ ਹਾਂ। ਤਾਂ ਇਹਦੇ ਵਿੱਚ ਹੋਏਗਾ ਕੀ? ਕਿਉਂਕਿ ਅੱਜ ਕੀ ਹੁੰਦਾ ਹੈ, ਇੱਕ ਬੰਦਾ ਚੰਗਾ ਕੰਮ ਕਰਨ ਲੱਗਦਾ ਹੈ ਤੇ 5-10 ਉਹਦੇ ਤੇ ਸਵਾਲ ਦਾਗਣੇ ਸ਼ੁਰੂ ਕਰ ਦਿੰਦੇ ਨੇ, ਤੇ ਬਾਕੀ ਸਾਰੇ ਮੂਕ ਦਰਸ਼ਕ ਹੋ ਕੇ ਦੇਖਣਾ ਸ਼ੁਰੂ ਕਰ ਦਿੰਦੇ ਨੇ। ਕਹਿੰਦਾ ਚੱਲ ਮੈਨੂੰ ਕੀ। ਤੇ ਉਸ ਮੈਨੂੰ ਕੀ ਚੋਂ ਕੀ ਹੋਇਆ ਕਿ ਅੱਜ 92 ਬਣਾਉਣ ਤੋਂ ਬਾਅਦ ਵੀ ਸਾਡੇ ਕੋਲ ਸੰਤੁਸ਼ਟਤਾ ਨਹੀਂ ਹੈ। ਤਾਂ ਇਹ ਗਿਣਤੀਆਂ ਮਿਣਤੀਆਂ ਸਿਰਫ ਉਦੋਂ ਹੀ ਸਾਰਥਕ ਹਨ ਜਦੋਂ ਸਾਨੂੰ ਗਿਣਤੀ ਮਿਣਤੀ ਵਰਤਣੀ ਆ ਗਈ। ਤਾਂ ਅਗਰ ਗਿਣਤੀ ਮਿਣਤੀ ਵਰਤਣੀ ਆ ਗਈ, ਅਸੀਂ ਘਰ ਵਿੱਚ ਹੀ ਲਿਫਾਫੇ ਜਿੰਨੇ ਹਨ, ਪੋਲੀਥੀਨ ਜਿੰਨਾ ਹੈ, ਉਸ ਨੂੰ ਵੱਖਰਾ ਜਮ੍ਹਾਂ ਕਰ ਸਕਦੇ ਹਾਂ। ਘਰ ਵਿੱਚੋਂ ਪਾਣੀ ਨਿਕਲਿਆ, ਸਲੱਜ ਜਾ ਰਹੀ ਹੈ, ਉਹਨੂੰ ਬੈਕਟੀਰੀਅਲ ਕੰਡੀਸ਼ਨ ਨੇਚਰ ਸਸਟੇਨ ਕਰਦੀ ਹੈ। ਅਗਰ ਮੇਰਾ ਡੈਰੀ ਫਾਰਮ ਹੈ, ਮੈਂ ਪਸ਼ੂ ਰੱਖੇ ਨੇ, ਤਾਂ ਜਿੰਨਾ ਉਹਨਾਂ ਦਾ ਡੰਗ ਹੈ, ਯੂਰਨ ਹੈ, ਮੈਂ ਉਸ ਨੂੰ ਖੇਤ ਵਿੱਚ ਲਿਜਾਣ ਦੇ ਲਈ ਪਲਾਨ ਕਰ ਸਕਦਾ ਹਾਂ। ਤਾਂ ਇਹਨੂੰ ਬਾਇਓਮਾਸ ਕਿਹਾ ਜਾਂਦਾ ਹੈ। ਕਿਹੜੀ ਐਸੀ ਚੀਜ਼ ਹੈ ਜਿਸ ਨੂੰ ਬੰਦਾ ਮੈਨੇਜ ਨਹੀਂ ਕਰ ਸਕਦਾ? ਪਰ ਸ਼ੁਰੂ ਕੌਣ ਕਰੇਗਾ? ਜਿਹਦੀ ਗਿਣਤੀ ਕੋਈ ਨਹੀਂ ਹੋਏਗੀ। ਤਾਂ ਉਹ ਜਿਹੜਾ ਇੱਕ ਸ਼ੁਰੂ ਕਰ ਰਿਹਾ, ਇਨੀਸ਼ੀਏਟ ਲੈ ਰਿਹਾ ਹੈ, ਉਹ ਲੇਖੇ ਵਿੱਚ ਨਹੀਂ ਹੈ, ਗਿਣਤੀ ਵਿੱਚ ਨਹੀਂ ਹੈ, ਪਰ ਹੌਲੀ ਹੌਲੀ ਉਹਦਾ ਅਸਰ ਜਦੋਂ ਰੰਗ ਲਿਆਉਂਦਾ ਹੈ, ਫਿਰ ਉਹ ਗਿਣਤੀ ਮਿਣਤੀ ਵਿੱਚ ਆ ਜਾਂਦਾ ਹੈ। ਤਾਂ ਗਿਣਤੀ ਮਿਣਤੀ ਇਸ ਲਈ ਹੈ ਕਿ ਸਮਾਜ ਸੁਵਿਧਾਜਨਕ ਬਣਿਆ ਰਹੇ। ਇਹ ਕੁਦਰਤ ਗਲੋਬ ਜਿਹੜਾ ਪਰਮਾਤਮਾ ਨੇ ਸਾਡੇ ਲਈ ਬਣਾਇਆ ਹੈ, ਇਹ ਸੁਵਿਧਾਜਨਕ ਬਣਿਆ ਰਹੇ। ਸਾਡੀ ਆਉਣ ਵਾਲੀ ਪੀੜ੍ਹੀ ਨੂੰ ਹਵਾ ਪਾਣੀ ਖੁਰਾਕ ਤੰਦਰੁਸਤ ਮਿਲਦੀ ਰਹੇ। ਸੰਤ ਬਾਬਾ ਸਰਦਾਰਾ ਸਿੰਘ ਅੱਜ ਵੀ ਸਾਨੂੰ ਮਹਿਸੂਸ ਹੁੰਦਾ ਹੋਵੇ ਕਿ ਮੇਰਾ ਦਾਦਾ ਆਉਂਦਾ ਸੀ, ਮੇਰੀ ਨਾਨੀ ਆਉਂਦੀ ਸੀ, ਮੇਰਾ ਫਲਾਣਾ ਆਉਂਦਾ ਸੀ। ਤਾਂ ਇਹ ਜਿਹੜਾ ਮਹਿਸੂਸ ਕਰਨਾ ਹੈ, ਉਹ ਫਿਰ ਵਰਤਮਾਨ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨਾਲ ਵਰਤਮਾਨ ਇਸ ਅਸਥਾਨ 'ਤੇ ਭੈਣ ਜੀ ਹਨ। ਤਾਂ ਜਿੰਨਾ ਚੰਗਾ ਮਿਲ ਰਿਹਾ ਹੈ ਉਸ ਨੂੰ ਅਸੈਪਟ ਕਰਨਾ, ਜਿਹੜਾ ਚੰਗਾ ਸਮਝ ਵਿੱਚ ਨਹੀਂ ਆ ਰਿਹਾ ਉਸ ਨੂੰ ਆਪਣੇ ਵਿੱਚੋਂ ਡਿਸੈਂਡ ਕਰ ਦੇਣਾ। ਤਾਂ ਇਹਦੇ ਨਾਲ ਜਿਹੜੀ ਗੁਣਾਂ ਦੀ ਸਾਂਝ ਹੈ ਉਹ ਪੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਸਤਿਗੁਰੂ ਜੀ ਆਖਦੇ ਨੇ, ਹਮ ਨਿਰਗੁਣ ਲਿਹੋ ਉਬਾਰੀ। ਹੇ ਮੇਰੇ ਵਾਹਿਗੁਰੂ, ਅਸੀਂ ਔਗਣਿਆਰੇ ਹਾਂ, ਸਾਨੂੰ ਬਚਾ ਲੈਣਾ ਕਰ। ਐਸੀ ਸੋਝ ਦੇ, ਬਲ ਦੇ, ਮੈਂ ਇਕੱਲਾ ਮਹਿਸੂਸ ਨਾ ਕਰਾਂ। ਮੈਂ ਜਾਣਾ ਕਿ ਇੱਕ ਇੱਕ ਜੁੜ ਕੇ ਹੀ ਨੈਚੁਰਲ ਨੰਬਰ ਬਣਦੇ ਹਨ। ਤੇ ਜਿੰਨੀ ਗਿਣਤੀ ਮਿਣਤੀ ਹੈ ਸਾਰੀ ਇੱਕ ਵਿੱਚ ਹੀ ਸਮਾਈ ਹੋਈ ਹੈ। ਸਿਆਣੇ ਜਿਹੜੇ ਮੈਥੇਮੈਟੀਸ਼ੀਅਨਸ ਨੇ ਉਹ ਜਾਣਦੇ ਹਨ ਕਿ ਟੋਟਲ ਮੈਥ ਲੌਜਿਕ ਆਫ 1 ਹੁੰਦਾ ਹੈ।
ਇੱਕ ਦਾ ਹੀ ਲੌਜਿਕ ਟੋਟਲ ਗਿਣਤੀ ਮਿਣਤੀ ਹੈ, ਤੇ ਫਿਰ ਵਾਹਿਗੁਰੂ ਮੈਂ ਤੇ ਹਾਂ ਇੱਕ। ਤੇਰਾ ਬਲ ਹੋਵੇ, ਤੇਰੀ ਮਿਹਰਬਾਨੀ ਹੋਵੇ, ਬਸ ਤੂੰ ਸਾਨੂੰ ਨਿਰਗੁਣਿਆਰਿਆਂ ਨੂੰ ਉਧਾਰ ਲੈ। ਆਤਮ ਵਿਸ਼ਵਾਸ ਬਣਾ ਕੇ ਜੀਵਨ ਅੰਦਰ ਕੰਮ ਕਰਨ ਦੀ ਸ਼ਕਤੀ ਦੇ। ਮੈਨੂੰ ਕਦੇ ਵੀ ਕਿਸੇ ਦੀਆਂ ਟੁੱਟੀਆਂ ਭੱਜੀਆਂ ਗੱਲਾਂ ਸੁਣ ਕੇ ਦਿਲ ਉਦਾਸੀ ਵਾਲਾ ਨਾ ਮਿਲੇ। ਮੈਨੂੰ ਕਦੇ ਵੀ ਕਿਸੇ ਦੀਆਂ ਉਦਾਸੀਨਤਾ ਵਾਲੀਆਂ ਗੱਲਾਂ ਸੁਣ ਕੇ ਆਪਣੇ ਅੰਦਰ ਇਸ ਤਰ੍ਹਾਂ ਦਾ ਕਰੇਜ਼ ਨਾ ਹੋਏ ਕਿ ਲੱਗ ਇੱਥੇ ਕਿਸੇ ਨੇ ਕੀ ਸੁਧਰਨਾ। ਸਗੋਂ ਮੈਨੂੰ ਵਿਸ਼ਵਾਸ ਹੋਏ ਤੂੰ ਤੇ ਇੱਕ ਨੂੰ 1.25 ਲੱਖ ਬਣਾ ਕੇ ਰਿਐਕਸ਼ਨ ਦੇਣ ਵਾਲਾ ਹੈ। ਬਸ ਮਿਹਰ ਕਰ ਕਿ ਹਮੇਸ਼ਾ ਵਾਸਤੇ ਸਾਨੂੰ ਬਚਾ ਲੈਣਾ ਕਰ। ਸਾਧ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਪਾਤਸ਼ਾਹ ਆਖਦੇ ਨੇ, ਹੇ ਵਾਹਿਗੁਰੂ, ਹੇ ਗੁਰਸਿੱਖਾ, ਇਸ ਤਰ੍ਹਾਂ ਅਰਦਾਸ ਕਰ, ਹੇ ਮੇਰੇ ਵਾਹਿਗੁਰੂ, ਤੂੰ ਸਤਿਗੁਰੂ ਸਰੂਪ ਹੋ ਕੇ ਸਦ ਬਖਸ਼ਿੰਦ ਸਦਾ ਬਖਸ਼ਣ ਵਾਲਾ ਹੈ। ਕਿਸੇ ਵੇਲੇ ਇਸ ਸਾਡੇ ਪੰਜਾਬ ਦੀ ਧਰਤੀ ਨੂੰ ਤੂੰ ਇੰਨਾ ਮਾਣ ਦਿੱਤਾ। 9 ਰੂਪ ਤੂੰ ਇੱਥੇ ਧਾਰਨ ਕੀਤੇ, 10 ਰੂਪਾਂ ਰਾਹੀਂ ਇਸ ਮਿੱਟੀ ਨੂੰ ਜ਼ਰਖੇਜ਼ ਕੀਤਾ। ਅੱਜ ਤੱਕ ਵਰਤਮਾਨ ਸਮੇਂ ਤੱਕ ਰੱਬ ਦੇ ਪਿਆਰੇ ਸਾਨੂੰ ਸੇਧ ਦਿੰਦੇ ਆਏ, ਤੇ ਅੱਜ ਤੇਰਾ ਪਿਆਰਾ ਰੂਪ ਕਾਸ਼ ਮੇਰੇ ਜੀਵਨ ਅੰਦਰ ਵਸ ਜਾਏ। ਮੈਨੂੰ ਵੀ ਇਹ ਮਾਣ ਹੋਵੇ ਕਿ ਮੇਰਾ ਵਾਹਿਗੁਰੂ ਮੇਰੇ ਦਿਲ ਵਿੱਚ ਵਸਦਾ ਹੈ। ਮੈਨੂੰ ਵੀ ਇਹ ਤਾਣ ਹੋਵੇ ਮੈਂ ਸਵੇਰੇ ਉੱਠ ਕੇ ਗੁਰਬਾਣੀ ਪੜ੍ਹਨੀ ਹੈ। ਮੈਨੂੰ ਵੀ ਇਹ ਦੀਵਾਨ ਮਿਲੇ ਕਿ ਮੈਂ 4 ਘੰਟੇ ਬੈਠ ਕੇ ਦੀਵਾਨ ਸੁਣਨਾ ਹੈ, ਸਭਾ ਵਿੱਚ ਬੈਠਣਾ ਹੈ, ਕਿਉਂਕਿ ਤੂੰ ਸਦ ਬਖਸ਼ਿੰਦ ਸਦਾ ਬਖਸ਼ਿਸ਼ਾਂ ਕਰਨ ਵਾਲਾ ਹੈ। ਸਦ ਮਿਹਰਬਾਨਾ, ਹਮੇਸ਼ਾ ਮਿਹਰਬਾਨੀ ਕਰਨ ਵਾਲਾ ਹੈ। ਸਭਨਾ ਦੇ ਆਧਾਰੀ, ਚਾਹੇ ਕੋਈ ਚੰਗਾ ਹੈ ਚਾਹੇ ਕੋਈ ਬੁਰਾ ਹੈ, ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ। ਨਾਨਕ ਦਾਸ ਸੰਤ ਪਾਸ਼ੈ ਪਰਿਓ, ਰਾਖ ਲਿਹੋ ਇਹ ਬਾਰੀ। ਨਾਨਕ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦਾਸਾ ਭਾਵ ਨਾਲ ਬਚਨ ਕਰਦੇ ਨੇ, ਸੰਤ ਪਾਤਸ਼ਾਹ ਪਰਿਓ। ਇੱਥੇ ਸੰਤ ਦੇ 2 ਸਰੂਪ ਹਨ। ਇੱਕ ਸੰਤ ਸਤਿਗੁਰੂ ਜੀ ਵਾਸਤੇ ਵਰਤਿਆ ਹੋਇਆ, ਇੱਕ ਸੰਤ ਸਤਿਗੁਰੂ ਦੀ ਸ਼ਰਨ ਵਿੱਚ ਨਾਮ ਅਭਿਆਸ ਕਰਨ ਵਾਲੇ, ਪਰਪੱਕ ਸੋ ਦ੍ਰਿੜ ਵਿਸ਼ਵਾਸੀ ਜੀਵਨ ਵਾਲੇ ਗੁਰਮੁਖ ਪਿਆਰੇ ਵਾਸਤੇ ਵਰਤਿਆ। ਜਿਵੇਂ ਕਲਾਸ ਵਿੱਚ ਟੀਚਰ ਆਉਂਦਾ, ਕੋਆਰਡੀਨੇਟ ਕਰਦਾ ਹੈ। ਜਦੋਂ ਕਿਧਰੇ ਟੀਚਰ ਨੇ ਜਾਣਾ ਹੋਵੇ ਤੇ ਮੋਨੀਟਰ ਨੂੰ ਕੋਆਰਡੀਨੇਸ਼ਨ ਵਾਸਤੇ ਲਾ ਜਾਂਦਾ, ਤਾਂ ਉਹ ਜਿਹੜੀ ਮੋਨੀਟਰਿੰਗ ਹੈ ਉਹ ਕਲਾ ਕਰਕੇ ਹੈ, ਕਿਉਂਕਿ ਉਹਦੇ 'ਚ ਉਹ ਗੁਣ ਟੀਚਰ ਨੇ ਵੇਖ ਲਏ ਨੇ। ਇਸੇ ਤਰ੍ਹਾਂ ਨਾਲ ਜਿਹੜੇ ਮਹਾਂਪੁਰਖ ਜਦੋਂ ਮੋਨੀਟਰਿੰਗ ਕਰਦੇ ਨੇ ਤਾਂ ਉਹ ਆਪਣੇ ਆਪ ਨੂੰ ਹਰ ਵਕਤ ਸਤਿਗੁਰੂ ਜੀ ਦੀ ਸ਼ਰਨ ਵਿੱਚ ਮਹਿਸੂਸ ਕਰਦੇ ਨੇ ਕਿ ਮੇਰੇ ਗੁਰੂ ਸਦਾ ਮੇਰੇ ਨਾਲ ਸਦ ਸੁਣਦਾ, ਸਦ ਵੇਖਦਾ, ਸਰਬ ਰਹਿਆ ਭਰਪੂਰ। ਉਹ ਸਦਾ ਸੁਣਨ ਵਾਲਾ ਹੈ, ਸਦਾ ਵੇਖਣ ਵਾਲਾ ਹੈ। ਇਸ ਲਈ ਜਿਹੜਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਦੇ ਨੇ, ਹੇ ਗੁਰਸਿੱਖਾ, ਦਾਸਾ ਭਾਵ ਨਾਲ ਸੰਤ ਪਾਤਸ਼ਾਹ ਪਰਿਓ, ਸਤਿਗੁਰੂ ਜੀ ਦੀ ਸ਼ਰਨ ਵਿੱਚ, ਨਾਮ ਅਭਿਆਸੀ ਗੁਰਮੁਖ ਪਿਆਰੇ ਦੀ ਸ਼ਰਨ ਵਿੱਚ ਪੈ ਜਾ, ਤਾਂ ਕਿ ਜਿੱਥੋਂ ਜਿੰਨਾ ਚੰਗਾ ਮਿਲਦਾ ਉਸ ਨੂੰ ਗ੍ਰਹਿਣ ਕਰਦਾ ਚੱਲ। ਜੋ ਕੁਝ ਕੁਦਰਤ ਲਈ ਕਰ ਸਕਦਾ ਹੈ ਉਹਦੇ ਲਈ ਯਤਨ ਜੋੜਦਾ ਚੱਲ, ਔਰ ਆਪਣੇ ਆਪ ਨੂੰ ਗੁਰਬਾਣੀ ਨਾਲ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਤਾਂ ਇਸ ਭਾਵਨਾ ਨਾਲ ਜਦੋਂ ਤੂੰ ਆਪਣੇ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੋਏਗਾ, ਫਿਰ ਤੇਰੀ ਅਰਦਾਸ ਬਾਰ-ਬਾਰ ਹਿਰਦੇ ਚੋਂ ਨਿਕਲੇਗੀ, ਰਾਖ ਲਿਹੋ ਇਹ ਬਾਰੀ। ਹੇ ਵਾਹਿਗੁਰੂ, ਇਸ ਗੇੜੇ ਮੈਨੂੰ ਰੱਖ ਲੈ, ਜੋ ਕੁਝ ਤੇਰੀ ਮਿਹਰਬਾਨੀ ਹੈ ਉਹਦੇ ਨਾਲ ਮੇਰੇ ਜੀਵਨ ਨੂੰ ਰੰਗ ਦੇ। ਗੁਰੂ ਕਿਰਪਾ ਕਰੇ, ਸਿੱਖੀ ਸਾਨੂੰ ਪਾਵੇ, ਗੁਰੂ ਚਰਨਾਂ ਨਾਲ ਜੁੜੀਏ। ਜੀਵਨ ਦੀ ਸਾਰਥਕ ਦਸ਼ਾ ਜੋ ਵਾਹਿਗੁਰੂ ਸ਼ਬਦ, ਜਿਸ ਨਾਲ ਘੱਟ ਤੋਂ ਘੱਟ ਜਿੰਨੇ ਅਸੀਂ ਤੁਸੀਂ ਬੈਠੇ ਹਾਂ ਜੁੜਨ ਵਾਲੇ ਹਾਂ, ਕੁਝ ਨਾ ਕੁਝ ਚੰਗਾ ਜ਼ਰੂਰ ਹੈ। ਉਸ ਚੰਗੇ ਤੋਂ ਅਗਾਂਹ ਚੰਗਾ ਕਰਨਾ ਲੌਜੀਕਲੀ ਕਰਨਾ। ਭੇੜ ਚਾਲ ਕਦੇ ਵੀ ਨਾ ਕਰੋ, ਕਿਸੇ ਦੇ ਉੱਪਰ ਅੰਧ ਵਿਸ਼ਵਾਸੀ ਕਦੇ ਨਾ ਬਣੋ। ਸਭ ਤੋਂ ਪਹਿਲੇ ਆਪਣਾ ਵਿਸ਼ਵਾਸ ਬਣਾਓ, ਫਿਰ ਖੁਦ ਲੌਜਿਕ ਰੱਖੋ, ਫਿਰ ਹੌਲੀ ਹੌਲੀ ਉਹੀ ਵਿਸ਼ਵਾਸ ਤੁਹਾਡਾ ਡੈਡੀਕੇਟਡ ਫੇਥ ਹੋ ਜਾਏਗਾ। ਇਹ ਵੀ ਅੰਧ ਵਿਸ਼ਵਾਸ ਹੀ ਹੁੰਦਾ, ਪਰ ਇਸ ਅੰਧ ਵਿਸ਼ਵਾਸ ਦੇ ਪਿੱਛੇ
ਤੁਹਾਡੀ ਦ੍ਰਿਸ਼ਮਾਨਤਾ ਪਈ ਹੈ, ਕਿਉਂਕਿ ਇਸ ਆਦ੍ਰਿਸ਼ ਨੂੰ ਤੁਸੀਂ ਸ਼ਿੰਗਾਰਿਆ ਹੈ। ਅਗਰ ਮੈਂ ਆਰਗੈਨਿਕ ਫਾਰਮਿੰਗ ਤੇ ਕੰਮ ਕਰਦਾ ਹਾਂ ਤਾਂ ਮੇਰੇ ਉਹ ਵਿਸ਼ਵਾਸ ਨੇ, ਕਿਉਂਕਿ ਮੈਂ ਉਹਨਾਂ ਵਿਸ਼ਵਾਸਾਂ ਵਿੱਚ ਦੀ ਵੇਖਿਆ ਹੋਇਆ। ਹੁਣ ਉਹਨੂੰ ਪੰਜਾਬ ਦਾ ਹਿੱਸਾ ਕਿਵੇਂ ਬਣਾਉਣਾ ਹੈ, ਇਹ ਅਗਲੀ ਅਵਿਸ਼ਵਾਸਤਾ ਵਿੱਚ ਵਿਸ਼ਵਾਸਤਾ ਹੈ। ਤਾਂ ਇਸ ਅਵਿਸ਼ਵਾਸਤਾ ਵਿੱਚ ਵਿਸ਼ਵਾਸਤਾ ਦਾ ਰੂਪ ਜਿਹੜਾ ਹੈ, ਇਹਨੂੰ ਜੋੜਨ ਵਾਲਾ ਜੇ ਕੋਈ ਹੈ, ਲਗਭਗ ਕਰੀਬਨ 3 ਮਿੰਟ ਬਾਕੀ ਹਨ, ਕਿਉਂਕਿ ਪੌਣੇ ਘੰਟੇ ਵਾਸਤੇ ਹੁਕਮ ਹੋਇਆ ਸੀ। ਆਓ 3 ਮਿੰਟ ਵਾਹਿਗੁਰੂ ਸ਼ਬਦ ਨਾਲ ਜੁੜੀਏ, ਤਾਂ ਕਿ ਸਾਨੂੰ ਅਵਿਸ਼ਵਾਸ ਅਤੇ ਵਿਸ਼ਵਾਸ ਵਿੱਚ ਬੈਲੈਂਸ ਬਣਾਉਣਾ ਆ ਜਾਏ, ਅਗਿਆਨ ਤੇ ਗਿਆਨ ਵਿੱਚ ਤਵਾਜ਼ਨ ਰੱਖਣਾ ਆ ਜਾਏ, ਗੁਣ ਅਤੇ ਔਗਣ ਵਿੱਚ ਜੀਵਨ ਨੂੰ ਤੋਰਨਾ ਆ ਜਾਏ। ਇਹ ਸਾਰਾ ਕੁਝ ਇਸੇ ਉੱਪਰ ਖੜਾ ਹੈ। ਇਸ ਮਹਿਲ ਨੂੰ ਬਣਾਉਣ ਵਾਲਾ ਵਾਹਿਗੁਰੂ ਨਾਮ ਜਹਾਜ਼ ਹੈ। ਆਓ ਜਪੀਏ, ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਗੁਰੂ ਸਾਹਿਬ ਮਿਹਰ ਕਰਨ। ਸਾਡਾ ਤੁਹਾਡਾ ਮਹਾਂਪੁਰਖਾਂ ਦੀ ਯਾਦ ਅੰਦਰ ਅੱਜ ਦਾ ਇਹ ਦਿਨ ਸਫਲਾਉਣ, ਜਿੰਨਾ ਕੁ ਚੰਗਾ ਹੋ ਸਕਦਾ ਹੈ ਉਸ ਨੂੰ ਹੋਰ ਚੰਗਾ ਕਰਨ ਦੀ ਯਤਨ ਵਿੱਚ ਜੁੜੀਏ। ਸਤਿਗੁਰੂ ਨੂੰ ਸਦਾ ਅੰਗ ਸੰਗ ਮਹਿਸੂਸ ਕਰੀਏ, ਕਿਉਂਕਿ ਸਤਿਗੁਰੂ ਸਦਾ ਸੁਖ ਦੇਣ ਵਾਲੇ ਹਨ। ਭੁੱਲ ਚੁੱਕ ਦੀ ਖਿਮਾ ਕਰਨੀ। ਅੰਤਲੇ ਚਰਨ ਪੜ੍ਹ ਕੇ ਸਮਾਪਤੀ ਕਰੀਏ। ਸਾਧ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ,